ਹੈਲੋ एवरीवन ਵੈਲਕਮ ਟੂ ਪੰਜਾਬ ਆਈਕਿਊ। ਪੰਜਾਬ ਆਈਕਿਊ ਦੀ ਇਸ ਸਪੈਸ਼ਲ ਵੀਡੀਓ ਦੇ ਵਿੱਚ ਅੱਜ ਆਪਾਂ ਡਿਸਕਸ ਕਰਾਂਗੇ ਪੰਜਾਬ ਨੈਬ ਤਹਿਸੀਲਦਾਰ ਐਗਜ਼ਾਮ ਦੇ ਲਈ ਮੌਕ ਟੈਸਟ ਨੰਬਰ 2, ਜਿਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ 30 ਕੁਐਸਚਨਸ, ਜਿਸ ਦੇ ਵਿੱਚ ਪਹਿਲੇ 10 ਕੁਐਸਚਨ ਜਿਹੜੇ ਹੋਣਗੇ ਉਹ ਰੀਜ਼ਨਿੰਗ ਤੋਂ ਹੋਣਗੇ। ਨੈਕਸਟ ਜਿਹੜੇ 20 ਕੁਐਸਚਨ ਹੋਣਗੇ ਜਿਹੜੇ ਉਹ ਜੀਕੇ ਤੋਂ ਹੋਣਗੇ। ਟੋਟਲ ਹੋ ਗਏ 30 ਕੁਐਸਚਨਸ। ਹਰ ਇੱਕ ਕੁਐਸਚਨ ਦੇ ਜਿਹੜੇ ਮੈਕਸਿਮਮ ਮਾਰਕਸ ਰੱਖੇ ਗਏ ਨੇ ਉਹ ਰੱਖੇ ਗਏ ਨੇ 2.5 ਔਰ ਟੋਟਲ ਇਹ ਮੌਕ ਟੈਸਟ ਨੰਬਰ 2 ਜਿਹੜਾ ਹੋਏਗਾ ਇਸ ਦੇ ਮੈਕਸਿਮਮ ਮਾਰਕਸ ਹੋਣਗੇ 75। ਕਮੈਂਟ ਬਾਕਸ ਦੇ ਵਿੱਚ ਲਿਖ ਕੇ ਤੁਹਾਨੂੰ ਇਹ ਜ਼ਰੂਰ ਦੱਸਣਾ ਹੈ ਕਿ ਤੁਹਾਨੂੰ 75 ਨੰਬਰਾਂ ਦੇ ਵਿੱਚੋਂ ਕਿੰਨੇ ਮਾਰਕਸ ਅਚੀਵ ਕੀਤੇ ਨੇ। ਕਮੈਂਟ ਬਾਕਸ ਦੇ ਵਿੱਚ ਲਿਖ ਕੇ ਜ਼ਰੂਰ ਦੱਸਣਾ ਹੈ। ਇਸ ਦੇ ਵਿੱਚ ਕੋਈ ਵੀ ਨੈਗੇਟਿਵ ਮਾਰਕਿੰਗ ਨਹੀਂ ਹੋਏਗੀ, ਜਿਵੇਂ ਤੁਹਾਡੇ ਪੀਪੀਐਸਸੀ ਐਗਜ਼ਾਮ ਦੇ ਵਿੱਚ ਹੁੰਦਾ ਹੈ ਕਿ ਤੁਹਾਡੇ ਪੀਪੀਐਸਸੀ ਐਗਜ਼ਾਮ ਦੇ ਵਿੱਚ ਕੋਈ ਵੀ ਨੈਗੇਟਿਵ ਮਾਰਕਿੰਗ ਨਹੀਂ ਹੁੰਦੀ। ਇਸ ਦੀ ਜਿਹੜੇ ਕੱਟ ਆਫ ਮਾਰਕਸ ਰੱਖੇ ਗਏ ਨੇ ਉਹ ਰੱਖੇ ਗਏ ਨੇ 65 ਮਾਰਕਸ। ਇਹ ਮੌਕ ਟੈਸਟ ਨੰਬਰ 2 ਮੈਂ ਤੁਹਾਡੇ ਤੱਕ ਲੈ ਕੇ ਆ ਰਿਹਾ। ਮੇਰਾ ਨਾਮ ਹੈ ਮੋਹਿਤ ਗਰਗਾ। ਸੋ ਆਪਾਂ ਇਸ ਵੀਡੀਓ ਨੂੰ ਸਟਾਰਟ ਕਰਦੇ ਹਾਂ ਬਿਨਾਂ ਕੋਈ ਟਾਈਮ ਵੇਸਟ ਕੀਤੇ। ਸਭ ਤੋਂ ਪਹਿਲਾ ਕੁਐਸਚਨ ਆਪਣੇ ਕੋਲ, ਕੰਸੀਡਰ ਆ ਕਲਾਸ ਆਫ 23 ਸਟੂਡੈਂਟਸ, ਯਾਨੀ ਇੱਕ ਕਲਾਸ ਦੇ ਵਿੱਚ ਆਪਾਂ ਨੇ 23 ਸਟੂਡੈਂਟਸ ਨੂੰ ਕੰਸੀਡਰ ਕਰਨਾ ਹੈ। ਇਹਨਾਂ ਦੀ ਜਿਹੜੀ ਐਵਰੇਜ ਏਜ ਦੱਸੀ ਹੈ ਸਟੂਡੈਂਟ ਸੀ ਉਹ ਦੱਸੀ ਹੈ 12 ਸਾਲ। ਇਸ ਤੋਂ ਬਾਅਦ ਇੱਕ ਟੀਚਰ ਹੈ ਜਦੋਂ ਇਨਕਲੂਡ ਹੋ ਜਾਂਦਾ ਇਸ ਸਟੂਡੈਂਟ ਟੀਮ ਦੇ ਵਿੱਚ ਤਾਂ ਨਿਊ ਐਵਰੇਜ ਕਿੰਨੀ ਹੋਗੀ 7 ਮਹੀਨੇ ਇਨਕਰੀਜ਼ ਹੋਗੀ, ਯਾਨੀ ਨਿਊ ਐਵਰੇਜ ਕਿੰਨੀ ਹੋਗੀ 12 ਸਾਲ 7 ਮਹੀਨੇ। ਆਪਾਂ ਨੂੰ ਪੁੱਛਿਆ ਗਿਆ ਹੈ ਇਸ ਟੀਚਰ ਦੀ ਜਿਹੜੀ ਐਵਰੇਜ ਏਜ ਹੈ, ਯਾਨੀ ਇਸ ਟੀਚਰ ਦੀ ਜਿਹੜੀ ਏਜ ਹੈ ਉਹ ਬੇਸਿਕਲੀ ਆਪਾਂ ਨੂੰ ਇਸ ਕੁਐਸਚਨ ਦੇ ਵਿੱਚ ਪੁੱਛਿਆ ਗਿਆ। ਇਹ ਕੁਐਸਚਨ ਜਿਹੜਾ ਪੀਪੀਐਸਸੀ ਪ੍ਰਿੰਸੀਪਲ ਦਾ ਐਗਜ਼ਾਮ ਹੋਇਆ ਸੀ ਜਿਹੜਾ 6 ਦਸੰਬਰ ਨੂੰ, ਉਸ ਦੇ ਵਿੱਚ ਪੁੱਛਿਆ ਗਿਆ ਸੀ ਡਾਇਰੈਕਟਲੀ ਇਹ ਕੁਐਸਚਨ। ਇਹ ਉੱਥੋਂ ਉਠਾਇਆ ਗਿਆ ਇਹ ਕੁਐਸਚਨ। ਇਸ ਦੇ ਵਿੱਚ ਸਭ ਤੋਂ ਪਹਿਲਾਂ ਇਸ ਤਰ੍ਹਾਂ ਦੇ ਕੁਐਸਚਨ ਨੂੰ ਹੈਂਡਲ ਕਿਵੇਂ ਕਰਨਾ ਹੈ, ਸਭ ਤੋਂ ਪਹਿਲਾਂ ਲਿਖੋ ਸਮ। ਸਮ ਲਿਖਣ ਤੋਂ ਬਾਅਦ ਪਹਿਲਾਂ ਸਟੂਡੈਂਟ ਕਿੰਨੇ ਸੀ ਆਪਣੇ ਕੋਲ 23 ਸੀ ਔਰ ਇਹਨਾਂ ਦੀ ਐਵਰੇਜ ਏਜ ਕਿੰਨੀ ਸੀ 12 ਸਾਲ ਸੀ। ਇਸ ਨੂੰ ਮਲਟੀਪਲਾਈ ਕਰੋ 12 ਦੀ 36 ਯਾਨੀ 6 3 ਰਿਮਾਈਂਡਰ 12 ਦੂਣਾ 24 ਤੇ 3 27 ਯਾਨੀ 276। 276 ਹੈ ਜਿਹੜਾ ਇਹ ਸਮ ਆ ਗਿਆ ਏਜ ਦਾ ਜੋ ਕਿ 23 ਸਟੂਡੈਂਟਸ ਹੈ। ਉਸ ਤੋਂ ਬਾਅਦ ਨੈਕਸਟ ਆਪਾਂ ਨੂੰ ਪਤਾ ਹੈ ਨੈਕਸਟ ਸਮ ਕਿੰਨਾ ਆ ਜੂਗਾ ਆਪਣੇ ਕੋਲ 24 ਹੋ ਗਏ ਟੋਟਲ, ਕਿਉਂਕਿ ਇਸ ਦੇ ਵਿੱਚ ਇੱਕ ਟੀਚਰ ਵੀ ਇਨਕਲੂਡ ਹੋ ਗਿਆ ਔਰ ਇਹਨੂੰ ਮਲਟੀਪਲਾਈ ਕਿਹਦੇ ਨਾਲ ਕਰਾਂਗੇ ਆਪਾਂ, ਆਪਣੇ ਕੋਲ 7 ਮਹੀਨੇ ਇਨਕਰੀਜ਼ ਹੋ ਗਏ, ਯਾਨੀ ਆਪਾਂ ਕਹਿ ਸਕਦੇ ਹਾਂ 12 ਸਹੀ 7/12 7 ਮਹੀਨੇ ਇਨਕਰੀਜ਼ ਹੋ ਗਏ 12 ਮਹੀਨਿਆਂ ਦੇ ਵਿੱਚੋਂ। 12 ਨੂੰ 12 ਮਲਟੀਪਲਾਈ ਕਰਾਂਗੇ 144 ਆ ਗਿਆ, 144 ਤੇ 7 151 ਯਾਨੀ 151/12। ਇਹ ਨਿਊ ਹੈ ਜਿਹੜੀ ਐਵਰੇਜ ਏਜ ਆ ਗਈ ਆਪਣੇ ਕੋਲ, ਇਹਨੂੰ ਇਹਦੇ ਨਾਲ ਮਲਟੀਪਲਾਈ ਕਰ ਦਿਓ 151/12। 12 ਦੂਣਾ 24 51 ਦੂਣਾ 302 ਯਾਨੀ 302 ਆ ਗਿਆ। ਇਹਦੇ ਵਿੱਚ ਅਗਰ ਆਪਾਂ ਇਹਨੂੰ ਮਾਈਨਸ ਕਰ ਦਈਏ ਤਾਂ ਆਪਣੇ ਕੋਲ ਜਿਹੜੀ ਟੀਚਰ ਦੀ ਏਜ ਹੈ ਉਹ ਆ ਜਾਏਗੀ ਆਪਣੇ ਕੋਲ। ਇਹਦੇ ਜਦੋਂ ਮਾਈਨਸ ਕਰਾਂਗੇ ਤਾਂ ਆਪਣੇ ਕੋਲ ਇਹਦੀ ਵੈਲਿਊ ਕਿੰਨੀ ਆ ਜਾਏਗੀ 26 ਆ ਜਾਏਗੀ। ਤਾਂ ਆਪਣੇ ਕੋਲ ਜਿਹੜੀ ਟੀਚਰ ਦੀ ਏਜ ਹੈ ਉਹ ਕਿੰਨੀ ਆ ਗਈ ਆਪਣੇ ਕੋਲ 26 ਆ ਗਈ, 26 ਸਾਲ। ਇਸ ਦਾ ਜਿਹੜਾ ਰਾਈਟ ਆਨਸਰ ਹੈ ਆਪਣੇ ਕੋਲ ਉਹ ਹੈ ਬੀ ਆਪਸ਼ਨ 26 ਸਾਲ। ਆਈ ਹੋਪ ਤੁਹਾਨੂੰ ਇਹ ਕੁਐਸਚਨ ਜਿਹੜਾ ਸਮਝ ਆਇਆ ਹੋਵੇਗਾ। ਨੈਕਸਟ ਕੁਐਸਚਨ ਆਪਣੇ ਕੋਲ ਸੈਕੰਡ ਨੰਬਰ ਕੁਐਸਚਨ। ਇਸ ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਹੈ ਸਪੋਜ਼ ਦੇयर ਆਰ 6 ਰਨਰਸ ਇਨ ਅ ਰੇਸ, ਯਾਨੀ ਆਪਾਂ ਨੂੰ ਕਿਹਾ ਗਿਆ ਹੈ ਇੱਕ ਰੇਸ ਹੋ ਰਹੀ ਹੈ ਜਿਸ ਦੇ ਵਿੱਚ 6 ਰਨਰਸ ਦੇ ਦੁਆਰਾ ਪਾਰਟਿਸਿਪੇਟ ਕੀਤਾ ਗਿਆ ਹੈ। ਇਨ ਹਾਊ ਮੈਨੀ ਡਿਫਰੈਂਟ ਆਰਡਰਸ ਕੈਨ ਦੀਜ਼ 6 ਰਨਰਸ ਫਿਨਿਸ਼ ਰੇਸ, ਯਾਨੀ ਕਿੰਨੇ ਵੇਜ਼ ਨੇ ਜਿਨ੍ਹਾਂ ਦੇ ਨਾਲ ਇਹ 6 ਰਨਰਸ ਨੇੜੇ ਉਹ ਫਿਨਿਸ਼ ਕਰ ਦੇਣਗੇ ਇਸ ਰੇਸ ਨੂੰ, ਜਿਸ ਦੇ ਵਿੱਚ ਨੋ ਟਾਈਜ਼ ਯਾਨੀ ਕੋਈ ਵੀ ਟਾਈ ਹੈ ਜਿਹੜਾ ਉਹ ਅਲਾਓ ਨਹੀਂ ਕੀਤਾ ਗਿਆ ਹੈ। ਯਾਨੀ ਮੰਨ ਲਓ ਟਾਈ ਦਾ ਮਤਲਬ ਕੀ ਹੁੰਦਾ ਹੈ, ਦੋ ਜਿਨ੍ਹਾਂ ਦੇ ਵਿੱਚ ਆਪਾਂ ਰੇਸ ਕਰਵਾ ਰਹੇ ਹਾਂ ਇਹਨਾਂ ਦੇ ਵਿੱਚ ਕੋਈ ਵੀ ਟਾਈ ਨਹੀਂ ਹੋਏਗਾ, ਯਾਨੀ ਬਰਾਬਰ ਦੇ ਉੱਪਰ ਨਹੀਂ ਪਹੁੰਚੇਗਾ। ਇਹ ਇਹਦਾ ਮਤਲਬ ਹੁੰਦਾ ਨੋ ਟਾਈ ਦਾ। ਠੀਕ ਹੈ, ਆਪਾਂ ਨੂੰ ਇਸ ਤਰ੍ਹਾਂ ਦੇ ਕੁਐਸਚਨ ਨੂੰ ਹੈਂਡਲ ਕਿਵੇਂ ਕਰਨਾ ਹੈ, ਇਸ ਤਰ੍ਹਾਂ ਦੇ ਕੁਐਸਚਨ ਨੂੰ ਆਪਾਂ ਨੇ ਹੈਂਡਲ ਕਰਨਾ ਹੈ ਜਦੋਂ ਵੀ ਆਪਾਂ ਨੂੰ 6 ਰਨਰਸ ਵਗੈਰਾ ਕਹਿ ਦੇਣ ਵੀ ਇਹਨਾਂ ਦੇ ਵਿੱਚੋਂ ਆਪਾਂ ਨੂੰ ਪੋਸੀਬਲ ਕੇਸ ਪੁੱਛ ਲੈਣ ਤਾਂ ਆਪਾਂ ਨੇ ਹਮੇਸ਼ਾ ਕੀ ਕਰਨਾ ਹੈ 6 ਦਾ ਫੈਕਟੋਰੀਅਲ, ਯਾਨੀ ਮੰਨ ਲਓ ਇੱਥੇ 10 ਰਨਰਸ ਦੱਸ ਦਿੰਦੇ ਆਪਾਂ ਨੂੰ ਤਾਂ ਆਪਾਂ 10 ਦਾ ਫੈਕਟੋਰੀਅਲ ਲਾ ਦਿੰਦੇ। ਅਗਰ ਇਹ ਆਪਾਂ ਨੂੰ 5 ਦੱਸ ਦਿੰਦੇ 5 ਦਾ ਫੈਕਟੋਰੀਅਲ ਲਾ ਦਿੰਦੇ। ਆਪਾਂ ਨੂੰ ਦੱਸਿਆ ਇਹਨਾਂ ਨੇ 6 ਤਾਂ ਆਪਾਂ ਨੇ 6 ਦਾ ਫੈਕਟੋਰੀਅਲ ਡਾਇਰੈਕਟਲੀ ਲਾ ਦੇਣਾ ਹੈ। 6 ਦਾ ਫੈਕਟੋਰੀਅਲ ਦਾ ਮਤਲਬ ਕੀ ਹੁੰਦਾ ਹੈ 6 ਗੁਣਾ 5 ਗੁਣਾ 4 ਗੁਣਾ 3 ਗੁਣਾ 2 ਗੁਣਾ 1, ਜਿੰਨਾ ਮਤਲਬ ਜਿੰਨਾ ਫੈਕਟੋਰੀਅਲ ਹੁੰਦਾ ਹੈ ਉਸ ਤੋਂ 1 ਤੱਕ ਆਪਾਂ ਨੇ ਮਲਟੀਪਲਾਈ ਕਰ ਦੇਣਾ ਆਪਸ ਦੇ ਵਿੱਚ। ਜਿਵੇਂ ਮੰਨ ਲਓ ਆਪਾਂ ਨੇ ਮੰਨ ਲਓ 4 ਦਾ ਫੈਕਟੋਰੀਅਲ, 4 ਦਾ ਫੈਕਟੋਰੀਅਲ ਕਿਵੇਂ ਕੱਢਾਂਗੇ ਆਪਾਂ 4 ਗੁਣਾ 3 ਗੁਣਾ 2 ਗੁਣਾ 1, ਇਹ ਮਤਲਬ ਹੁੰਦਾ ਫੈਕਟੋਰੀਅਲ ਦਾ। ਇਹ ਯਾਦ ਰੱਖਣਾ ਤੁਹਾਨੂੰ। 6 ਦਾ ਫੈਕਟੋਰੀਅਲ ਕੱਢਣਾ ਆਪਾਂ ਨੇ 6 5 30 ਆ ਗਿਆ, 4 3 12 ਇੰਟੂ 2 12 ਦੂਣਾ 24 23 ਗੁਣਾ 24 ਯਾਨੀ 72 24 3 72 ਯਾਨੀ 720। 720 ਜਿਹੜੇ ਟੋਟਲ ਜਿਹੜੇ ਮੈਚਸ ਨੇ ਉਹ ਕਰਵਾਉਣੇ ਪੈਣਗੇ ਜਿਸ ਦੇ ਵਿੱਚ ਨੋ ਟਾਈ ਹੈ ਜਿਹੜਾ ਅਲਾਓ ਨਹੀਂ ਕੀਤਾ ਗਿਆ ਹੈ। ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਬੀ ਆਪਸ਼ਨ 720। ਆਈ ਹੋਪ ਤੁਹਾਨੂੰ ਇਹ ਕੁਐਸਚਨ ਵੀ ਕਲੀਅਰ ਹੋਇਆ ਹੋਵੇਗਾ। ਨੈਕਸਟ ਕੁਐਸਚਨ ਆਪਣੇ ਕੋਲ 3rd ਨੰਬਰ ਕੁਐਸਚਨ 3 ਨੰਬਰ ਕੁਐਸਚਨ। ਰਮੇਸ਼ ਸੇਵਸ 25% ਆਫ ਹਿਸ ਸੈਲਰੀ, ਯਾਨੀ ਇੱਕ ਪਰਸਨ ਹੈ ਜਿਸ ਦਾ ਨਾਮ ਹੈ ਰਮੇਸ਼, ਇਸ ਦੇ ਦੁਆਰਾ 25% ਹੈ ਜਿਹੜੀ ਸੈਲਰੀ ਉਹ ਆਪਣੀ ਸੇਵ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਇਹਦੀ ਜਿਹੜੀ ਇਨਕਰੀਜ਼ ਹੈ ਇਨਕਮ ਉਹ ਹੋ ਜਾਂਦੀ ਹੈ 25% ਔਰ ਇਹਨੇ ਆਪਣਾ ਜਿਹੜਾ ਖਰਚਾ ਉਹ ਵੀ 10% ਕੀ ਕਰਤਾ ਇਨਕਰੀਜ਼ ਕਰਤਾ। ਆਪਾਂ ਨੂੰ ਪੁੱਛਿਆ ਗਿਆ ਹੈ ਜਿਹੜੀ ਇਹਦੀ ਸੇਵਿੰਗ ਇਨਕਰੀਜ਼ ਹੋਈ ਆ ਉਹ ਕਿੰਨੇ % ਇਨਕਰੀਜ਼ ਹੋ ਗਈ, ਇਹ ਬੇਸਿਕਲੀ ਆਪਾਂ ਨੂੰ ਇਸ ਕੁਐਸਚਨ ਦੇ ਵਿੱਚ ਪੁੱਛਿਆ ਗਿਆ। ਸਭ ਤੋਂ ਪਹਿਲਾਂ ਇਸ ਤਰ੍ਹਾਂ ਦੇ ਕੁਐਸਚਨ ਨੂੰ ਹੈਂਡਲ ਕਿਵੇਂ ਕਰਨਾ ਹੈ, ਸਭ ਤੋਂ ਪਹਿਲਾਂ ਲਿਖਣਾ ਹੈ ਇਨਕਮ, ਉਸ ਤੋਂ ਬਾਅਦ ਨੈਕਸਟ ਲਿਖਣਾ ਹੈ ਸੇਵਿੰਗ, ਨੈਕਸਟ ਲਿਖਣਾ ਆਪਣੇ ਕੋਲ ਐਕਸਪੈਂਡੀਚਰ। ਇਹ ਤਿੰਨ ਸਭ ਤੋਂ ਪਹਿਲਾਂ ਕਾਲਮ ਲਾ ਲੈਣੇ ਨੇ ਆਪਣੇ ਕੁਐਸਚਨ ਨੂੰ ਸੋਲਵ ਕਰਨ ਤੋਂ ਪਹਿਲਾਂ। ਉਸ ਤੋਂ ਬਾਅਦ ਆਪਾਂ ਨੂੰ ਪਤਾ ਹੈ ਕਿ ਇਨਕਮ ਆਪਾਂ ਕਿੰਨੀ ਮੰਨਾਂਗੇ, ਹਮੇਸ਼ਾ ਤਾਂ ਉਹਨੇ ਕਿੰਨੀ ਮੰਨਣੀ ਹੈ 100 ਰੁਪਇਆ।
100 रुपये इनकम मनन तो बाद ਆਪਾਂ ਨੂੰ ਕਿਹਾ ਇਹਨਾਂ ਨੇ ਸੇਵ ਕਰਦਾ 25 रुपये यानी 25% इन ਸੇਵ ਕਰਦਾ ਹੈ ਤਾਂ ਇੱਥੇ ਕਿੰਨੇ ਆ ਜਾਊਗਾ ਸੇਵਿੰਗ 25 रुपये ਤਾਂ ਐਕਸਪੈਂਡੀਚਰ ਕਿੰਨਾ ਹੋਊਗਾ 75 रुपये ਦਾ। ਉਸ ਤੋਂ ਬਾਅਦ ਨੈਕਸਟ ਆਪਾਂ ਨੇ ਸਟੈਪ ਕੀ ਕਰਨਾ ਹੈ ਉਸਦੀ ਇਨਕਰੀਜ਼ ਹੋ ਗਈ ਇਨਕਮ ਕਿੰਨੀ 25% यानी ਮੰਨ ਲਓ ਇਹਦੀ 25% ਇਨਕਰੀਜ਼ ਹੋਣ ਤੋਂ ਬਾਅਦ ਕਿੰਨੀ ਇਨਕਮ ਹੋ ਗਈ ਇਹਦੀ 125 रुपये ਹੋ ਗਈ 125 रुपये ਇਨਕਮ ਹੋ ਗਈ ਇਹਦੀ। ਤਾਂ ਉਸ ਤੋਂ ਬਾਅਦ ਨੈਕਸਟ ਆਪਾਂ ਨੂੰ ਇਹਨਾਂ ਨੇ ਕਿਹਾ ਹੈ ही इंक्रीजेज हिज एक्सपेंडिचर यानी इन्हें अपना एक्सपेंडिचर भी इंक्रीज़ करता किन्ने परसेंट इंक्रीज़ करता 10%। 75 का 10% कितना आ गया 7.5 7.5 प्लस 75 82.5 यानी इसका खर्चा कितना होने लग गया 82.5। ये जो ये माइनस करोगे तो तुम्हें वैल्यू मिलेगी 42.5 यानी 42.5 रुपये ने जोड़े वो ये की हो गए सेविंग हो गए जो ये इंक्रीज़ होगी इनकम। उस तो बाद आपको पूछा इन्होंने फाइंड द परसेंटेज इंक्रीज़ इन हिज सेविंग्स यानी पहला ये 25 रुपये सेविंग सी हुण ये 42 रुपये 50 पैसे होगी सेविंग। आपको पूछा गया है इस किन्ने परसेंट का इजाफा होया। इस अगर आप इजाफे की गल करिए तो 42.5 जो आप 25 घटावांगे तो अपने को 17.5 आ जाऊगा 17.5 बटे कितना कर देंगे 25 जिन्ने के उत्ते इनक्रीज़ होया गुणा कर दो 100 के नाल क्योंकि आपने कटना परसेंटेज आ 25 चौके 100 17.5 जो 4 मल्टीप्लाई करेंगे 17.5 2 करेंगे तो 35 आ जाऊगा 35 2 70 यानी 70% है जी सेविंग है वो इनक्रीज़ होगी यानी इसका राइट आंसर अपने को सी ऑप्शन 70%। आई होप तुहानूं ये क्वेश्चन भी क्लीयर होया होगा। नैक्सट क्वेश्चन अपने को 4th नंबर क्वेश्चन एक स्कूल लाइब्रेरी है जिस दे साइंस और आर्ट्स बुक्स आपां नूं दित्तियां गईयां ने 8:7 दे विच इस दे विच 150 बुक्स ने जिहड़ियां होर ऐड कीतियां जांदियां ने इस लाइब्रेरी दे विच किहदियां कीतियां जांदियां ने आर्ट्स दियां। न्यू एवरेज न्यू जी रेशो बनती है वह बनती है 7:8। आपां नूं पूछा गया है इस दे विच जिहड़ियां साइंस दियां बुक्स ने वो किन्नियां हो गईयां प्रेजेंट टाइम ते ये बेसिकली आपां नूं इस क्वेश्चन दे विच पूछा गया। सब तो पहले इस तरह के क्वेश्चन हैंडल किवें करना है इन्हां नूं मान लो 8x मान लो इनू मान लो 7x 8x एज इट इज़ आ जाऊगा 7x नूं बटे कर दो और ये किन्नियां इनक्रीज़ हो गईयां ये हैगियां ने आर्ट्स वालियां तो ये हो गया 150 इनक्रीज़ आ 150 इनक्रीज़ करने तो बाद न्यू रेशो कितनी बन गई अपने कोल 7:8 क्रॉस मल्टीप्लाई कर दो एक्स की वैल्यू कट लो 8 वाली 64 एक्स आ गया इधर कितना आ गया 49 एक्स आ गया प्लस 15 7 105 यानी 1050 आ गया 49 माइनस कर दो 64 तो अपने को 15 एक्स आ जाऊगा 15 एक्स इज इक्वल टू 1050 15 7 105 यानी एक्स की वैल्यू कितनी आ गई अपने को 70 आ गई एक्स की वैल्यू 70 आ गई आपको पूछा करदियां ने साइंस दियां बुक्स कितनी ने अपने को 8x 8 नूं 7 नाल मल्टीप्लाई कर दो तो अपने को 8 7 56 यानी 560 वैल्यू किहदी आ गई अपने को यह आ गई जी साइंस दियां बुक्स आपको पूछा गया। इसका जो राइट आंसर अपने को है बी ऑप्शन 560। इस तो इलावा अगर ये पूछ लेंगे अपने को जिहड़ियां आर्ट्स दियां बुक्स पहलां सी वो कितनियां सी उसका आंसर होगा 7x 7 नूं 7 नाल मल्टीप्लाई कर दो यानी 70 नाल तो अपने को 490 आ जाता। अगर ये पूछ लेंगे बाद कितनी हो गई तो ये 150 इनक्रीज़ कर देना सी तो इस तरह सारे टाइप के क्वेश्चन जोड़े बन सकते हैं इस क्वेश्चन तो इसका राइट आंसर है बी ऑप्शन 560। नैक्सट क्वेश्चन है अपने को 5th नंबर क्वेश्चन एक बॉय है एक लड़का है जिस द्वारा सम चॉकलेट्स कुछ चॉकलेट्स परचेज की जाती ने 600 रुपये के 600 रुपये के कुछ चॉकलेट्स को परचेज किया जाता है। उस तो बाद अगर इन्होंने चॉकलेट्स की हर एक चॉकलेट की जी कीमत है वो 20 रुपये घटा दी जाए तो वह सेम प्राइस के 5 चॉकलेट्स को ज़्यादा खरीद सकता है। आपको पूछा गया है जो टोटल चॉकलेट्स पहला परचेज की गई वो कितनियाँ परचेज की गई। सब तो पहले इस तरह के क्वेश्चन को हैंडल किमें करना है सब तो पहला लिखना है 600 रुपया टोटल है ठीक है और पहला मान लो एक्स नंबर ऑफ ये चॉकलेट्स परचेज करता सी इक्वल टू यानी पहला भी अपने को 600 रुपया ही सी हुण भी अपने को कितना 600 रुपया तो अपने को हुण नैक्सट केस के एक्स प्लस 5 इस जी कॉस्ट होएगी वो कितनी होएगी अपने को वाई होएगी ये कितनी कॉस्ट होएगी वाई माइनस 20 होएगी। इस तरह कर सकते हो अदरवाइज तुम इनू बाय ऑप्शन भी कर सकते हो। अगर आप पहला ऑप्शन पुट करिए इस पहले ऑप्शन इस 600 बटे 10 करेंगे तो अपने को कितना आ जाऊगा 60 आ जाऊगा पहले केस के जो आप 10 प्लस 5 करेंगे तो 15 आ जाऊगा 15 चौके 60 यानी इधर कितना आ जाऊगा 40 आ जाऊगा। अगर तुम इन्होंने दोनों के देखो डिफरेंस कितना आ गया अपने को 20 रुपये का आ गया जो कि आपको इस क्वेश्चन के दिता ही गया है कि 20 रुपये घटाने के अपने को 5 चॉकलेट्स ने वो ज़्यादा आन लग जाए ने यानी पहले एक्स आंदियां सी हुण अपने को एक्स प्लस 5 आ गई। यही आपको इस क्वेश्चन के बेसिकली पूछा गया यानी इस क्वेश्चन का जो राइट आंसर बनूगा अपने को कि बनेगा आपको पता है पहला 60 रुपये की एक चॉकलेट थी हुण 40 रुपये की एक चॉकलेट है। आपको पूछा गया नंबर ऑफ चॉकलेट्स कितनी परचेज की गई सी पहला 60 ਨੂੰ 10 ਨਾਲ डिवाइड करेंगे तो अपने 600 ਨਾਲ डिवाइड करेंगे तो अपने को 10 आ जाऊगा यानी इसका आंसर बनू अपने को 10 ए ऑप्शन। नैक्सट क्वेश्चन अपने को 6th नंबर क्वेश्चन A total of 5 liters of water is to be poured into 2 empty buckets with capacities of 3 liters and 6 liters respectively। यानी
टोटल 5 लीटर पानी पाने अपने 2 बकेट्स ਦੇ ਵਿੱਚ ਦੋਨਾਂ ਦੀ ਕਪੈਸਿਟੀ ਆਪਾਂ ਨੂੰ ਦੱਸੀ ਅਲੱਗ-ਅਲੱਗ 3 ਲੀਟਰ ਤੇ 6 ਲੀਟਰ ਇਹ ਕਪੈਸਿਟੀ ਦੱਸੀ ਆਪਾਂ ਨੂੰ। ਉਸ ਤੋਂ ਬਾਅਦ ਆਪਾਂ ਨੂੰ ਪਤਾ ਹੈ ਕਿ 5 ਲੀਟਰ ਆਪਾਂ ਨੇ ਕੀ ਪਾਣਾ ਇਹਨਾਂ ਦੇ ਵਿੱਚ ਪਾਣੀ ਪਾਣਾ ਹੈ। ਉਸ ਤੋਂ ਬਾਅਦ ਨੈਕਸਟ ਇਹਨਾਂ ਨੇ ਕਿਹਾ ਆਪਾਂ ਨੂੰ ਇਹਨਾਂ ਨੂੰ ਸੇਮ ਪਰਸੈਂਟੇਜ ਦੇ ਵਿੱਚ ਆਪਾਂ ਨੇ ਕੀ ਕਰਨਾ ਹੈ ਫਿਲ ਕਰਨਾ ਇਹਨਾਂ ਦੀ ਕਪੈਸਿਟੀ ਦੇ ਅਕੋਰਡਿੰਗ। ਆਪਾਂ ਨੂੰ ਪੁੱਛਿਆ ਗਿਆ ਹੈ 3 ਲੀਟਰ ਵਾਲਾ ਜਿਹੜਾ ਬਕਟ ਹੈ ਇਸ ਦੇ ਵਿੱਚ ਕਿੰਨੇ ਲੀਟਰ ਪਾਣੀ ਪਊਗਾ। ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੈ 3 ਲੀਟਰ ਵਾਲੇ 'ਚ ਪਾਣਾ ਆਪਾਂ ਨੇ ਟੋਟਲ ਆਪਣੇ ਕੋਲ ਕਿੰਨੇ ਲੀਟਰ बकेट पै सकता है, यानी 2 बकेट के कितने लीटर पानी पै सकता है 9 लीटर। 3/9 कर दो तो अपने को है कितने लीटर है पानी 5 लीटर। ये मल्टीप्लाई कर दो 3 5 15 यानी 15/9 आ जाऊगा। 15/9 3 5 15 3 3 9 यानी 5/3 यानी एक सही 2/3 एक सही 3 एकम 3 2/3 यानी एक सही 2/3 है जोड़ा बिल्कुल राइट आंसर हो जाएगा। यानी यदा जो राइट आंसर बनू अपना वो बनूगा बी ऑप्शन एक सही 2/3। इस तो इलावा अगर ये पूछ लेंगे अपन 6 लीटर वाला कि 6 लीटर वाले अपना पानी है जो कितना पेगा, इस तरह के क्वेश्चन आप किमें करते फिर तो आप इनू 6/9 कर देंगे। 6/9 करने तो बाद मल्टीप्लाई कर देंगे 5 नाल 5 6 30 30/9 3 3 9 3 10 30 यानी 10/3 का आंसर आ जाता अपने कोल। तो अपने कोल 3 सही 1/3 का राइट आंसर बन जाना सी अगर ये आपको पुछदे 6 लीटर वाला। बट इन्होंने पूछा आपको 3 लीटर वाला तो अपना आंसर बन जाऊगा बी ऑप्शन एक सही 2/3। नैक्सट क्वेश्चन अपने को 7th नंबर क्वेश्चन 7 नंबर क्वेश्चन के बेसिकली आपको क्वेश्चन में पूछा गया है आ रेशो ऑफ द नंबर ऑफ साइंस आर्ट्स एंड कमर्स स्टूडेंट्स, यानी रेशो दसी आपको आर्ट्स साइंस आर्ट्स और कमर्स के स्टूडेंट सी 5:6:8। आपू क्या है इन्होंने 30% 25% तो 50%। यह इनक्रीज करने तो बाद न्यू रेशो जी कितनी बनेगी। सब तो पहले आप लिख लो सब्जैक्ट साइंस आर्ट्स और एक कमर्स है, कमर्स लिख लो ठीक है। सब तो पहला 5:6:8। इस तो बाद नैक्सट अपने स्टैप की करना है इसका 30% इनक्रीज़ करना है। 30% यानी 130% कर लो। 130% कितना निकलूगा 5 × 15 यानी 1.5 इनक्रीज़ कर दो 6.5 आ जाऊगा। इतने कितना आ जाऊगा 6 का कितने परसेंट करना 25% तो अपने को 6 दूना 12 यानी 1.5 इहदा भी आ जाऊगा 7.5। तो यदा कि आजूगा अपने को 50% कितना निकलूगा 4 तो अपने को वैल्यू आ जाएगी 12। अगर आप गल करिए इस तरह का ऑप्शन तो आपको किसी भी ऑप्शन में दिता नहीं गया। अगर आप इनू 2 नाल मल्टीप्लाई कर दिए सारी रेशोज़ में सारी रेशो में अगर आप 2 नाल मल्टीप्लाई कर दिए तो अपने को कितना बन जाऊगा 13 बन जाऊगा, ए बन जाऊगा 15 बन जाऊगा, ए बन जाऊगा 24 जो कि आपको दिता गया है फस्ट ऑप्शन ए ऑप्शन में। यानी इसका जो राइट आंसर अपने को है 13:15:24 ए ऑप्शन इज करैक्ट आंसर। नैक्सट क्वेश्चन है अपने को 8 नंबर क्वेश्चन। इस दे विच आपां नूं क्या है एक स्कूल बस है जो कि एक्स प्लेस तो स्टार्ट होती है, यानी सब तो पहले एक्स प्लेस तो एक बस स्टार्ट होती है। द नंबर ऑफ बॉयज़ एंड गर्ल्स यानी इस दे विच नंबर ऑफ गर्ल्स ने जेहड़े ओह नंबर ऑफ गर्ल्स ने जिहड़ियां इस बस के 1/3 ने नंबर ऑफ बॉयज़ तो, यानी इस दे विच एक्स प्लेस तो मान लो इत्थे हैगे ने बॉयज़ इत्थे हैगे ने गर्ल्स। 1/3 यानी 1/3 का मतलब है यह रिप्रजेंट कर रहा है गर्ल नूं, यह रिप्रजेंट कर रहा है बॉयज़ नूं। मान लो बॉयज़ किन्ने ने 3 ने, यह मान लो गर्ल्स किन्नियां ने 1 ने, यह आप मान लेना। उस तो बाद नैक्सट इन्होंने कहा आपू नाउ द नंबर ऑफ बॉयज़ एंड गर्ल्स आर इक्वल, यानी 5 गर्ल्स और 35 बॉयज़ लीव करने तो बाद एक प्लेस आता है वाई प्लेस जो आ जाता है इस दे विच 35 बॉयज़ और 5 गर्ल्स लीव कर जांदियां ने। उस तो बाद नैक्सट जी आपू पूछा गया है द नंबर ऑफ इन द बिगनिंग यानी नंबर ऑफ स्टूडेंट्स जोड़े इस बस के बेसिकली आपको पूछा गया। उस तो बाद जो ये 5 गर्ल्स और 35 बॉयज़ ने बाहर हो जाएंगे इस बस तो नंबर ऑफ बॉयज़ एंड गर्ल्स ने बिल्कुल इक्वल हो जाएंगे। इनू मान लो 3x इनू मान लो 1x, यानी सब तो पहले अपने की करना है 3x और 3x के कितना माइनस करांगे आप 35, क्योंकि 3x के 35 माइनस क्यों करेंगे 35 बॉयज़ ने लीव कर रहे हैं इक्वल कि हो जाएंगे x - 5। ये दोनों बॉयज़ और गर्ल्स ने इक्वल हो गया। 3x के x माइनस किया तो अपने को 2x आ गया। यह 35 इधर जाके प्लस का हो गया तो अपने को 35 + 5 यानी 30 आ जाऊगा, प्लस का 30 तो अपने को 30 आ गया। x की वैल्यू कितनी आ गई अपने को 15 आ गई। x की वैल्यू 15 आ गई तो आपको पता टोटल किन्ने स्टूडेंट ने 3x + 1x 4x टोटल स्टूडेंट ने 4 × 15 यानी 60। टोटल जोड़े स्टूडेंट ने वो किन्ने सी इस बस के पहला जो ये एक्स प्लेस तो स्टार्ट हुई सी उदों सी 60। इसका जो राइट आंसर है वो है सी ऑप्शन 60 स्टूडेंट सी जो ये बस स्टार्ट हुई सी। इसका राइट आंसर है सी ऑप्शन 60। नैक्सट क्वेश्चन अपने को 9th नंबर क्वेश्चन। 9th नंबर क्वेश्चन के आपको क्या है इन्होंने इस सीरीज़ के आपको पूछा है इस तो बाद की आएगा। सब तो पहला इस कितना इनक्रीज़ होया 0.05, इस तो बाद ये कितना इनक्रीज़ होया 0.1, इस तो बाद 0.15, इस तो बाद नैक्सट वाला स्टैप कितना होएगा 0.20 0.2 इनक्रीज़ करांगे तो अपने को कितना आ जाऊगा आंसर 1 आ जाऊगा। यानी इसका जो राइट आंसर बनूगा अपने को बनूगा सी ऑप्शन 1। आई होप तुमने ये क्वेश्चन बिल्कुल ईजी क्वेश्चन थी सही अटैम्प्ट किया होगा।
ਨੈਕਸਟ ਕੁਐਸਚਨ ਆਪਣੇ ਕੋਲ 10th ਨੰਬਰ ਕੁਐਸਚਨ। 10th ਨੰਬਰ ਕੁਐਸਚਨ ਦੇ ਵਿੱਚ ਇੱਕ ਸਰਟੇਨ ਕੋਡ ਹੈ ਜਿਸ ਦੇ ਵਿੱਚ ਪਲੀਡਿੰਗ ਨੂੰ ਆਪਾਂ ਇਸ ਤਰ੍ਹਾਂ ਲਿਖਦੇ ਹਾਂ ਔਰ ਸ਼ੋਲਡਰ ਨੂੰ ਆਪਾਂ ਇਸ ਤਰ੍ਹਾਂ ਲਿਖਦੇ ਹਾਂ। ਇਹ 4 ਕੋਡ ਦਿੱਤੇ ਗਏ ਨੇ। ਇਸ ਦਾ ਆਨਸਰ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਦੱਸਣਾ ਹੈ ਕਿ ਇਸ ਦੇ ਵਿੱਚ ਆਨਸਰ ਕਿਹੜਾ ਹੋਏਗਾ ਇਹ 4 ਆਪਸ਼ਨਾਂ ਦੇ ਵਿੱਚੋਂ। ਇਸ ਤਰ੍ਹਾਂ ਅਗਰ ਪਲੀਡਿੰਗ ਨੂੰ ਆਪਾਂ ਇਸ ਤਰ੍ਹਾਂ ਲਿਖਦੇ ਹਾਂ ਤਾਂ ਆਪਾਂ ਸ਼ੋਲਡਰ ਨੂੰ ਆਪਾਂ ਕਿਵੇਂ ਲਿਖਾਂਗੇ, ਆਨਸਰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਜ਼ਰੂਰ ਦੱਸਣਾ ਹੈ। ਨੈਕਸਟ ਸਟਾਰਟ ਕਰਦੇ ਹਾਂ ਜਿਹੜੇ ਜੀਕੇ ਦੇ ਕੁਐਸਚਨ ਨੇ 20 ਕੁਐਸਚਨ ਉਹਨਾਂ ਨੂੰ। ਪਹਿਲਾ ਕੁਐਸਚਨ ਆਪਣੇ ਕੋਲ, ਵਟ ਵਾਜ਼ ਦਾ ਨੇਮ ਆਫ ਦਾ ਹੈਦਰਾਬਾਦ ਕੈਂਪੇਨ ਆਪਰੇਸ਼ਨ ਕੰਡਕਟਡ ਬਾਏ ਇੰਡੀਅਨ ਆਰਮੀ ਇਨ 1948। ਯਾਨੀ ਇੰਡੀਅਨ ਆਰਮੀ ਦੇ ਦੁਆਰਾ ਜੋ ਇੱਕ ਮਿਸ਼ਨ ਆਪਰੇਟ ਕੀਤਾ ਗਿਆ ਸੀ, ਆਪਰੇਸ਼ਨ ਕੰਡਕਟ ਕੀਤਾ ਗਿਆ ਸੀ, ਇਸ ਦਾ ਨਾਮ ਕੀ ਸੀ? ਹੈਦਰਾਬਾਦ ਕੈਂਪੇਨ। ਇਸ ਦਾ ਨਾਮ ਕੀ ਸੀ? 1948 ਦੇ ਵਿੱਚ ਜੋ ਕਿ ਕੰਡਕਟ ਕੀਤਾ ਗਿਆ ਸੀ। ਤੁਹਾਡੇ ਆਪਸ਼ਨ ਹੈ ਆਪਰੇਸ਼ਨ ਸ਼ਕਤੀ, ਆਪਰੇਸ਼ਨ ਯੂਨਿਟੀ, ਆਪਰੇਸ਼ਨ ਪੋਲੋ ਜਾਂ ਫਿਰ ਆਪਰੇਸ਼ਨ ਮੈਤਰੀ। ਇਸ ਦਾ ਜਿਹੜਾ ਨਾਮ ਸੀ ਉਹ ਸੀ ਆਪਰੇਸ਼ਨ ਪੋਲੋ। ਇਸ ਦਾ ਰਾਈਟ ਆਨਸਰ ਆਪਣੇ ਕੋਲ ਸੀ ਆਪਸ਼ਨ ਆਪਰੇਸ਼ਨ ਪੋਲੋ। ਇਸ ਨੂੰ ਇੰਡੀਅਨ ਆਰਮੀ ਦੇ ਦੁਆਰਾ ਕੰਡਕਟ ਕੀਤਾ ਗਿਆ ਸੀ। ਹੈਦਰਾਬਾਦ ਕੈਂਪੇਨ ਸੀ ਇਹ, ਇਸ ਨੂੰ ਕੰਡਕਟ ਕੀਤਾ ਸੀ ਇੰਡੀਅਨ ਆਰਮੀ ਨੇ 1948 ਦੇ ਵਿੱਚ। ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਸੀ ਆਪਸ਼ਨ ਆਪਰੇਸ਼ਨ ਪੋਲੋ। ਇਸ ਤੋਂ ਇਲਾਵਾ ਇਹ ਵੀ ਯਾਦ ਰੱਖੋ ਇਹ ਕਦੋਂ ਸਟਾਰਟ ਕੀਤਾ ਗਿਆ ਸੀ? 13 ਸਤੰਬਰ 1948 ਨੂੰ। 13 ਸਤੰਬਰ 1948 ਨੂੰ ਸਟਾਰਟ ਕੀਤਾ ਗਿਆ ਸੀ। ਇਸ ਤੋਂ ਇਲਾਵਾ 17 ਸਤੰਬਰ ਨੂੰ ਜਿਹੜੇ ਆਰਮੀ ਸੀ ਨਿਜ਼ਾਮ ਆਫ ਹੈਦਰਾਬਾਦੀ ਇਸ ਦੇ ਦੁਆਰਾ ਸਰੈਂਡਰ ਕਰ ਦਿੱਤਾ ਗਿਆ ਸੀ ਇਸੀ ਦੇ ਕਾਰਨ। ਯਾਨੀ ਜੋ 17 ਸਤੰਬਰ ਸੀ, 17 ਸਤੰਬਰ 1948 ਨੂੰ ਜਿਹੜੀ ਆਰਮੀ ਸੀ ਨਿਜ਼ਾਮ ਆਫ ਹੈਦਰਾਬਾਦੀ ਇਸ ਦੇ ਦੁਆਰਾ ਆਪਣੀ ਆਰਮੀ ਨੂੰ ਕੀ ਕਰਤਾ ਸੀ? ਸਰੈਂਡਰ ਕਰਤਾ ਸੀ। ਇਹ ਵੀ ਯਾਦ ਰੱਖਣਾ। ਇਸ ਦਾ ਆਨਸਰ ਹੈ ਸੀ ਆਪਸ਼ਨ ਆਪਰੇਸ਼ਨ ਪੋਲੋ। ਨੈਕਸਟ ਕੁਐਸਚਨ ਆਪਣੇ ਕੋਲ ਸੈਕਿੰਡ ਨੰਬਰ ਕੁਐਸਚਨ। ਸੈਕਿੰਡ ਨੰਬਰ ਕੁਐਸਚਨ ਦੇ ਵਿੱਚ ਆਪਾਂ ਨੂੰ 3 ਸਟੇਟਮੈਂਟਸ ਦਿੱਤੀਆਂ ਗਈਆਂ ਨੇ। ਪੁੱਛਿਆ ਗਿਆ ਕਿਹੜੀ ਸਟੇਟਮੈਂਟ ਇਸ ਦੇ ਵਿੱਚ ਆਪਾਂ ਨੂੰ ਸਹੀ ਦੱਸੀ ਗਈ ਹੈ। ਕੰਸੀਡਰਿੰਗ ਦਾ process of integration of princely states which among the following pair is are correct। यानी इस दे विच आपां नूं पेयर पूछा गया है किहड़ा सही दस्सिया गया है प्रिंसली स्टेट्स से रिलेटेड। सब तो पहला आपां नूं पेयर दस्सिया गया है हैदराबाद पुलिस एक्शन, यानी हैदराबाद नूं अपने पुलिस एक्शन दे नाल अपने इंडिया दे विच यूनाइट कीता सी, फस्ट है। सैकेंड अपने कोल कश्मीर, कश्मीर नूं कीता सी इंस्ट्रूमेंट ऑफ एक्सैशन दे नाल। थर्ड अपने कोल जूनागढ़, जूनागढ़ नूं आपां ने ऐड किया सी रेफरेंडम दे नाल। ये तीन ने अपने कोल जो कि आपां नूं बिल्कुल सही दस्से गए हैं। जो हैदराबाद सी यह इंडिया दे विच 3 प्रिंसली स्टेट सी जो कि इंडिया दे विच पार्टिसिपेट करने की कोशिश नहीं कर रही सी, यानी इन्हां दे द्वारा डिनाई कर दिता गया सी इंडिया दे विच यूनाइट करने लई। याद रखना है इंडिया और पाकिस्तान दोनों नूं, इंडिया और पाकिस्तान दोनों को डिनाई कर दिता सी इन्हां दे द्वारा, तीनों प्रिंसली स्टेट्स के द्वारा कि असी किसी दे विच भी पार्टिसिपेट नहीं करांगे। इस तो बाद हैदराबाद है जिहड़ा इसनूं की इसनूं पुलिस एक्शन दे नाल इंडिया दे विच यूनाइट कर लिया गया सी, इंडिया दे विच इनकलूड कर लिया गया सी। कश्मीर सी जिहड़ा इहनूं इंस्ट्रूमेंट एक्सैशन दे नाल कर लिया गया सी और जूनागढ़ नूं आपां रेफरेंडम दे नाल इंडिया दे विच ऐड कर दिता सी, यानी इंडिया दा पार्ट बनाता सी इन्हां तीनों प्रिंसली स्टेट्स नूं। यानी इहदा जिहड़ा राइट आंसर अपने कोल वो है डी ऑप्शन। फस्ट सैकेंड थर्ड तीनों करैक्ट ने, डी ऑप्शन इज करैक्ट आंसर। आई होप तुहानूं ये क्वेश्चन सही अटैम्प्ट किया होएगा। नैक्सट क्वेश्चन है अपने कोल थर्ड नंबर क्वेश्चन। हू प्रिजाइडेड द 1931 कराची सैशन ऑफ इंडियन नैशनल कांग्रेस, यानी 1931 ਦੇ ਵਿੱਚ ਜਿਹੜਾ कराची सैशन होया सी इंडियन नैशनल कांग्रेस ਦਾ कराची सैशन 1931 ਦੇ ਵਿੱਚ। ਇਸ ਨੂੰ ਚੇਅਰ ਕਿਸਨੇ ਕੀਤਾ ਸੀ? ਉਸ ਸਮੇਂ ਜਿਹੜੇ ਪ੍ਰੈਜ਼ੀਡੈਂਟ ਸੀ ਉਹ ਕੌਣ ਸੀ? ਤੁਹਾਡੇ ਆਪਸ਼ਨ ਹੈ ਜਵਾਹਰ ਲਾਲ ਨਹਿਰੂ, ਮੋਤੀਲਾਲ ਨਹਿਰੂ, ਸਰਦਾਰ ਵੱਲਭ ਭਾਈ ਪਟੇਲ, ਮਦਨ ਮੋਹਨ ਮਾਲਵੀਆ। ਇਸ ਦਾ ਜਿਹੜਾ ਰਾਈਟ ਆਂਸਰ ਆਪਣੇ ਕੋਲ ਉਹ ਹੈ ਸੀ ਆਪਸ਼ਨ ਸਰਦਾਰ ਵੱਲਭ ਭਾਈ ਪਟੇਲ। ਸਰਦਾਰ ਵੱਲਭ ਭਾਈ ਪਟੇਲ ਸੀ ਜਿਹੜੇ ਜਿਨ੍ਹਾਂ ਨੂੰ ਨੈਸ਼ਨਲ ਯੂਨਿਟੀ ਡੇ ਮਨਾਇਆ ਜਾਂਦਾ ਹੈ। ਇਹਨਾਂ ਦੇ ਜਨਮ ਦਿਨ ਵਾਲੇ ਦਿਨ यानी 31 ਅਕਤੂਬਰ ਨੂੰ ਨੈਸ਼ਨਲ ਯੂਨਿਟੀ ਡੇ ਮਨਾਇਆ ਜਾਂਦਾ ਹੈ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਦੇ ਉੱਪਰ। ਇਹ ਯਾਦ ਰੱਖਣਾ ਹੈ। ਇਹ ਕਰਾਚੀ ਸੈਸ਼ਨ ਦੇ ਪ੍ਰੈਜ਼ੀਡੈਂਟ ਸੀ 1931 ਦੇ ਵਿੱਚ। ਇਸ ਦਾ ਰਾਈਟ ਆਂਸਰ ਆਪਣੇ ਕੋਲ ਸੀ ਆਪਸ਼ਨ ਸਰਦਾਰ ਵੱਲਭ ਭਾਈ ਪਟੇਲ। ਇਹ ਪਹਿਲੇ ਹੋਮ ਮਿਨਿਸਟਰ ਵੀ ਸੀ ਇੰਡੀਆ ਦੇ, ਹੋਮ ਐਂਡ ਇਨਫੋਰਮੇਸ਼ਨ ਐਂਡ ਬਰੋਡਕਾਸਟਿੰਗ। ਇਹ ਵੀ ਯਾਦ ਰੱਖਣਾ ਹੈ। ਨੈਕਸਟ ਕੁਐਸਚਨ ਆਪਣੇ ਕੋਲ हू वाज द फाउंडर एडिटर एंड पब्लिशर ऑफ द वीकली न्यूज़पेपर कॉल्ड द फ्रंटायर मेल, यानी एक न्यूज़पेपर सी जिसका नाम सी द फ्रंटायर मेल। इसनूं फाउंड किसने किया सी, यानी पब्लिश किस दे द्वारा किया गया सी? ये बेसिकली एक वीकली न्यूज़पेपर सी। इसनूं स्टार्ट किसने किया सी? तुहाडे ऑप्शन ने रहमतुल्ला एम सायानी, अमीर चंद, सैयद अहमद खान या फिर ऐदुलजी वच्चा। इसका जो राइट आंसर अपने कोल वो है अमीर चंद। अमीर चंद के द्वारा एक न्यूज़पेपर स्टार्ट किया गया सी वीकली न्यूज़पेपर जिसका नाम सी द फ्रंटायर मेल। यह बहुत इंपॉर्टेंट क्वेश्चन है, PPSC के एग्जाम के 3 बार रिपीट हो चुका है। सो याद रखना है द फ्रंटायर मेल जो न्यूज़पेपर सी वीकली न्यूज़पेपर स्टार्ट किया सी अमीर चंद ने। इसका राइट आंसर अपने कोल बी ऑप्शन अमीर चंद। इस तो इलावा यह भी याद रखना है इन्हों अमीर चंद ने जोड़े इन्हों अरैसट कर लिया गया सी लाहौर बंब केस के। एक लाहौर जो बंब केस होया सी उस दे विच भी अरैसट कर लिया गया सी अमीर चंद नूं। यह भी याद रखना है जो कि कंस्पायरेसी केस होया सी, ठीक है, लाहौर कंस्पायरेसी केस और दिल्ली कंस्पायरेसी केस के इन्हों अरैसट कर लिया गया सी 1914 के। यह भी याद रखना है।
नैक्सट क्वेश्चन है अपने को 5th नंबर क्वेश्चन, ड्यूरिंग हुज टेन्योर एज द वाइसरॉय ऑफ इंडिया वर द ग्रेट मार्टायर्स भगत सिंह सुखदेव एंड राजगुरु हैंगड, यानी किस वाइसरॉय के टाइम के दौरान जो भगत सिंह सुखदेव और राजगुरु ਨੂੰ फांसी के उपर लटकाया गया सी, किस दे दौरान लटकाया गया सी, ये बेसिकली आपको क्वेश्चन पूछा गया। इस दे आपको ऑप्शन दसे गए ने लॉर्ड कर्जन, लॉर्ड इरविन, लॉर्ड मिंटो या फिर लॉर्ड चैलमफोर्ड। इसका जो राइट आंसर अपने को है लॉर्ड इरविन। लॉर्ड इरविन के समय जो भगत सिंह सुखदेव और राजगुरु तिन्हों फांसी के उपर लटकाया गया सी, ये सी उस समय इंडिया के वाइसरॉय। इसका जो राइट आंसर अपने को है बी ऑप्शन लॉर्ड इरविन। वेरी वेरी इंपोर्टेंट क्वेश्चन। नैक्सट क्वेश्चन अपने को 6th नंबर क्वेश्चन, द प्रैम्बल ऑफ द इंडियन कॉन्स्टिट्यूशन वाज प्रिपेयर्ड बाय, यानी इंडियन कॉन्स्टिट्यूशन के जो प्रैम्बल है जिसनों आप प्री फेस बोलते हैं, इंडियन कॉन्स्टिट्यूशन का प्री फेस बोलते हैं इंडियन कॉन्स्टिट्यूशन का, इसनों किस दे द्वारा प्रिपेयर किया गया सी। तुहाडे ऑप्शन है मैंबर ऑफ कॉन्स्टिट्यूएंट असैंबली, डॉक्टर बी आर अंबेडकर, जवाहर लाल नेहरू या फिर डॉक्टर एस राधाकृष्णन। इसनों प्रिपेयर किया गया सी जवाहर लाल नेहरू के द्वारा। इसका राइट आंसर अपने को सी ऑप्शन जवाहर लाल नेहरू के द्वारा प्रिपेयर किया गया सी, जो कि अपना प्रैम्बल है। इसका जो पुराना नाम से भी काफ़ी एग्जाम के पूछा जा चुका है। इसका पुराना नाम से ऑब्जैक्टिव रेजोल्यूशन। ऑब्जैक्टिव रेजोल्यूशन इसनों बाद जो अडोप्ट किया गया सी, उस समय इंडिया ने इसका नाम रीनेम किया गया सी। उस समय इसका जो नाम रखा गया सी, रखा गया सी प्रैम्बल। पहला पुराना नाम से इसका ऑब्जैक्टिव रेजोल्यूशन। ये भी एग्जाम के पूछा जा चुका है, सो याद रखना है। नैक्सट क्वेश्चन अपने को 7th नंबर क्वेश्चन, होम डिड गांधी जी रिगार्ड एज हिज गुरु इन पॉलिटिक्स, यानी गांधी जी के द्वारा अपने पॉलिटिक्स के गुरु किनू मनाया जाता सी। तुहाडे ऑप्शन है बाल गंगाधर तिलक, फिरोज शाह मेहता, गोपाल कृष्ण गोखले या फिर दादा भाई नारोजी। यह जो मनाया जाता सी, मनाया जाता सी गोपाल कृष्ण गोखले नू। गोपाल कृष्ण गोखले नू मनाया जाता सी गांधी जी के द्वारा एज द पॉलिटिकल गुरु ऑफ गांधी जी। इसका राइट आंसर है इस क्वेश्चन का सी ऑप्शन गोपाल कृष्ण गोखले। इस तो इलावा एक क्वेश्चन है जो कि PPSC का फेवरेट क्वेश्चन है, जो कि बार बार पूछा जाने वाला क्वेश्चन है। एक सोसाइटी सी जिसका नाम सी सर्वेंट्स ऑफ इंडियन सोसाइटी। सर्वेंट्स ऑफ इंडियन सोसाइटी इसनों फाउंड किसने किया सी? इंडियन सोसाइटी। इसनों फाउंड 1915 के विच किया गया सी गोपाल कृष्ण गोखले के द्वारा। एक क्वेश्चन PPSC का फेवरेट क्वेश्चन है, सो याद रखना है सर्वेंट्स ऑफ इंडियन सोसाइटी 1915 के विच गोपाल कृष्ण गोखले के द्वारा फाउंड की गई सी, याद रखना है। नैक्सट क्वेश्चन अपने को 8th नंबर क्वेश्चन, जी बाउंड्री है इंडिया और पाकिस्तान के विच, इसनों किस दे द्वारा फाइनलाइज किया गया सी। तुहाडे ऑप्शन है लॉर्ड माउंटबेटन, सर रेडक्लिफ, सर स्टैफर्ड क्रिप्स या फिर लॉरेंस। इसनों फाइनलाइज किया सी, डीमार्केट किया सी सर रेडक्लिफ ने। इसका राइट आंसर है बी ऑप्शन सर रेडक्लिफ। इसलिए इसका जो नाम रखा गया सी, रखा गया सी रेडक्लिफ लाइन। रेडक्लिफ लाइन रखा गया सी, इसलिए इसका नाम सर रेडक्लिफ के नाम के उपर इंडिया और पाकिस्तान के विच जो लाइन है जी खिंची गई सी। इस तो इलावा 2 लाइनस होर भी पूछे जाते हैं PPSC के एग्जाम के। एक लाइन है सब तो पहला ड्यूरन द लाइन। ड्यूरन द लाइन है जी ये पाकिस्तान और अफगानिस्तान के विच है, ये याद रखना है पहला क्वेश्चन। सैकेंड क्वेश्चन जो पूछा जाता है, जो सैकेंड क्वेश्चन है वह है मैकमोहन लाइन तो। मैकमोहन लाइन ये है इंडिया और चाइना के विच। इंडिया और चाइना के विच जी लाइन है उसको बोलते हैं मैकमोहन लाइन। ये दोनों क्वेश्चन PPSC के क्वेश्चन ने याद रखने ने। नैक्सट क्वेश्चन अपने को 9th नंबर क्वेश्चन, एट द टाइम ऑफ पार्टीशन द गवर्नमेंट इन नॉर्थ वैस्ट फ्रंटायर प्रोविंस वाज कॉन्स्टिट्यूटेड बाय, यानी जो पार्टीशन हो रही सी बंगाल की उस समय नॉर्थ वैस्ट फ्रंटायर प्रोविंस जी इसनों किस दे द्वारा बनाया गया सी। तुहाडे ऑप्शन कांग्रेस पार्टी, मुस्लिम लीग, यूनियन पार्टी या फिर कोएलिशन ऑफ कांग्रेस एंड यूनियनिस्ट्स। इसका जो राइट आंसर अपने को है इंडियन नैशनल कांग्रेस, यानी कांग्रेस पार्टी। इसका जो राइट आंसर अपने को ए ऑप्शन कांग्रेस पार्टी। कांग्रेस पार्टी के द्वारा इसनों बनाया गया सी नॉर्थ वैस्ट फ्रंटायर प्रोविंस गवर्नमेंट के लिए पार्टीशन ऑफ बंगाल के। इसका राइट आंसर है ए ऑप्शन कांग्रेस पार्टी। नैक्सट क्वेश्चन अपने को 10th नंबर क्वेश्चन, द पंजाब रीऑर्गेनाइजेशन एक्ट विच क्रिएटेड द स्टेट्स ऑफ पंजाब एंड हरियाणा इन 1966 वाज इनैक्टेड ऑन द बेसिस ऑफ द रिकमेंडेशन ऑफ, यानी किहड़ा कमीशन सी जिस दे द्वारा 1966 के विच रिकमेंड किया गया सी पंजाब और हरियाणा के विच जो बाउंड्री सी उसनों फाइनलाइज किया गया सी, किस दे द्वारा किया गया सी, यानी किस कमीशन के तहत किया गया सी। तार कमीशन, दास कमीशन, शाह कमीशन या फिर महाजन कमीशन। इसका राइट आंसर अपने को शाह कमीशन। शाह कमीशन सी जिहड़ा इस दे द्वारा फाइनलाइज किया गया सी, क्रिएट किया गया सी पंजाब और हरियाणा नूं लैंग्वेज बेस के उपर अलग अलग चार्ट के विच 1966 के विच। इसका राइट आंसर अपना सी ऑप्शन शाह कमीशन। वेरी वेरी इंपोर्टेंट क्वेश्चन। नैक्सट क्वेश्चन अपने को 11 नंबर क्वेश्चन, द सोर्स ऑफ 3 इंपोर्टेंट नारकोटिक ड्रग्स भांग, गांजा और हशीश, यानी
ਤਿੰਨ ਨਾਰਕੋਟਿਕ ਡਰੱਗਸ ਨੇ जो कि PPSC ਦਾ बार-बार रिपीट करने वाला क्वेश्चन है। यह याद रखना है, बार-बार रिपीट करने वाला क्वेश्चन है, ये याद रखना है, फेवरेट क्वेश्चन है। ये नारकोटिक ड्रग ने तीन, भंग, गांजा और हशीश। ये आपको किस प्लांट तो मिलते हैं, ये बेसिकली आपको इस क्वेश्चन में पूछा गया। तो ऑप्शन ए वाले हैंडबैन, इंडियन हैंप, पॉपी या फिर रॉ वोल्फिया। इसका राइट आंसर है अपना इंडियन हैंप। इंडियन हैंप तो आपको तीन जोड़े नारकोटिक ड्रग ने मिलते हैं, किहड़े-किहड़े? भंग, जिसनों आप भंग भी बोलते हैं पंजाबी दे विच, गांजा और हशीश। इसका राइट आंसर है बी ऑप्शन, इंडियन हैंप तो मिलते हैं आपको ये तीनों नारकोटिक ड्रग। वेरी वेरी इंपोर्टेंट क्वेश्चन, इसनों याद रखना है, बार-बार रिपीट करने वाला क्वेश्चन है PPSC का यह क्वेश्चन। नैक्सट क्वेश्चन है अपने को 12 नंबर क्वेश्चन, द गवर्नर ऑफ आ स्टेट होल्ड्स ऑफिस। यानी जो गवर्नर है यह स्टेट के विच अपना ऑफिस होल्ड करके रखता है, किस केस के विच होल्ड करके रख सकता है? ये 4 ऑप्शन है अपने को। ड्यूरिंग द प्लेजर ऑफ द प्रेजिडेंट, यानी प्रेजिडेंट की सलाह के अकॉर्डिंग कर सकता है, प्लेजर ऑफ द प्रेजिडेंट के अकॉर्डिंग अपना जो ऑफिस है उसको होल्ड करके रख सकता है। सैकेंड ऑप्शन है अपने को एज लॉन्ग एज ही इंजॉयज द कॉन्फिडेंस ऑफ द चीफ मिनिस्टर, यानी जब तक चीफ मिनिस्टर अपने कॉन्फिडेंस बना के रखेंगे उस समय तक ये बने रहेंगे। सैकेंड ऑप्शन है अपने को। थर्ड है अपने को एज लॉन्ग एज ही इंजॉयज द कॉन्फिडेंस ऑफ द स्टेट काउंसिल ऑफ मिनिस्टर्स, यानी जब तक इन्हों दोनों का जो मतलब है, दोनों का ऑप्शन का मतलब बिल्कुल सेम है। इस CM यानी काउंसिल ऑफ मिनिस्टर का मतलब नहीं है, इस चीफ मिनिस्टर की गल की गई है, इस गल की गई है काउंसिल ऑफ मिनिस्टर की, जिमें होम मिनिस्टर हो गया, फाइनांस मिनिस्टर हो गए, इन्हों की गल की गई है, दोनों का मतलब सेम है। नैक्सट है अपने को फोर्थ ऑप्शन, एज लॉन्ग एज ही इंजॉयज द कॉन्फिडेंस ऑफ द स्टेट लैजिस्लेचर, इसका भी मतलब सेम है, यानी तीनों ऑप्शनों का मतलब बिल्कुल सेम है कि इस चीफ मिनिस्टर जो तक कॉन्फिडेंस के रहेंगे उदों तक रह सकते हैं, इस जो तक काउंसिल ऑफ मिनिस्टर, यानी काउंसिल ऑफ मिनिस्टर कदों तक रहेगी कॉन्फिडेंस के जो तक चीफ मिनिस्टर रहेंगे। ठीक है, ये भी मतलब सेम हो गया, यदा भी मतलब सेम है, इस काउंसिल ऑफ मिनिस्टर और चीफ मिनिस्टर दोनों आ गए इस। बट इसका जो राइट आंसर अपने को है ये ऑप्शन, जदों तक प्रेजिडेंट चाहणगे उदों तक ये होल्ड करके रख सकते हैं अपना ऑफिस उस स्टेट के राज्यपाल के रूप में। इसका राइट आंसर अपना ए ऑप्शन, ड्यूरिंग द प्लेजर ऑफ द प्रेजिडेंट, ए ऑप्शन इज करैक्ट आंसर। नैक्सट क्वेश्चन है अपने को 13 नंबर क्वेश्चन, ਜਿਹੜੇ कैग होंगे ने कंपट्रोलर एंड ऑडिटर जनरल ऑफ इंडिया, इन्हों के द्वारा अपनी जी एनुअल रिपोर्ट होंगी है ये किसनों सबमिट की जाती है, ये पूछा गया अपन। अपने ऑप्शन ने राष्ट्रपति, पार्लीमेंट, चेयरमैन ऑफ द प्लैनिंग कमीशन, यानी नीति आयोग के चेयरमैन कौन होंगे ने, प्राइम मिनिस्टर होंगे ने, ये इंडायरैक्टली दसिया गया अपन इस ऑप्शन के, चीफ जस्टिस ऑफ इंडिया। इसका जो राइट आंसर अपना वो है राष्ट्रपति प्रेजिडेंट। प्रेजिडेंट जोड़े होंगे ने इन्हों सबमिट की जाती है कंपट्रोलर एंड ऑडिटर जनरल ऑफ इंडिया के द्वारा अपनी रिपोर्ट, जो कि एनुअल फाइनैंशियल रिपोर्ट होंगी है साल भर की। इसका राइट आंसर है ए ऑप्शन, राष्ट्रपति। प्रेजेंट टाइम से राष्ट्रपति कौन ने अपने, रामनाथ कोविंद। रामनाथ कोविंद और ये 14th प्रेजिडेंट ने, ये याद रखना है। और जोड़े प्रेजिडेंट पार्लीमेंट जी स्पीकर ने वो कौन ने, ओम बिरला। ओम बिरला। एक होंगी है प्लैनिंग कमीशन, जिसका नीति आयोग है जो न्यू नेम दिता गया, नीति आयोग, इसनों न्यू नेम की दिता गया, नीति आयोग दिता गया, यह याद रखना है। प्राइम मिनिस्टर जोड़े होंगे ने वो होंगे ने इसके चेयरमैन, प्राइम मिनिस्टर कौन ने, नरेंद्र मोदी, इसके चेयरमैन ने। और जोड़े इसके वाइस चेयरमैन ने वो कौन ने, इसके जोड़े वाइस चेयरमैन ने उन्हें राजीव कुमार, और इसके जोड़े CEO ने उन्हें अमिताभ कांत। सारे इंपोर्टेंट क्वेश्चन ने, याद रखने ने, बार बार रिपीट करने वाले क्वेश्चन ने। नैक्सट क्वेश्चन है अपने को 14 नंबर क्वेश्चन, अमंग द टैक्स रेवेन्यूज ऑफ द यूनियन गवर्नमेंट द लार्जेस्ट कलैक्शन ऑफ टैक्सिस फ्रॉम, यानी टैक्स रेवेन्यू के केस के पूछा गया अपन, गवर्नमेंट ऑफ इंडिया जी इसका लार्जेस्ट कलैक्शन ऑफ टैक्स पूछा गया किस तो होंगे। तो ऑप्शन इनकम टैक्स, कॉरपोरेशन टैक्स, यूनियन एक्साइज ड्यूटी या फिर कस्टम ड्यूटी। इसका जो राइट आंसर अपना वो है कॉरपोरेशन टैक्स, यानी जो भी कंपनी वगैरह का टैक्स इन्हों रिसीव होंगे है गवर्नमेंट ऑफ इंडिया को, उस तो सब तो ज़्यादा टैक्स रिसीव होंगे, यानी लार्जेस्ट जो कलैक्शन ऑफ टैक्स है वो होंगे कॉरपोरेशन टैक्स तो। इसका राइट आंसर है बी ऑप्शन, कॉरपोरेशन टैक्स। वेरी वेरी इंपोर्टेंट क्वेश्चन। नैक्सट क्वेश्चन है अपने को 15 नंबर क्वेश्चन, किहड़ी यूनिट है जी वैल्यूएशन के जिसनों पेपर गोल्ड के नाम जाना जाता है, यानी विच यूनिट ऑफ वैल्यूएशन इज ऑल्सो नोन एज पेपर गोल्ड। तो ऑप्शन है यूरो डॉलर, पेट्रो डॉलर, स्पैशल ड्रॉइंग राइट्स या फिर ग्लोबल डिपोजिटरी रिसिप्ट। इसका राइट आंसर है SDR, यानी स्पैशल ड्रॉइंग राइट्स। SDR और जो इंटरनेशनल मोनेटरी फंड के बॉन्ड वगैरह होंगे ने उन्होंने आप पेपर गोल्ड के रूप में मनते हैं, यानी कंसीडर करते हैं। इसका राइट आंसर अपना सी ऑप्शन, SDR स्पैशल ड्रॉइंग राइट्स। इस तो इलावा तुम ये भी याद रखो, जो इंटरनेशनल मोनेटरी फंड के अपना रिजर्व होंदा है उसनों आप डिनोट करते हैं इस पेपर गोल्ड की करंसी के। और इंटरनेशनल मोनेटरी फंड और वर्ल्ड बैंक दोनों का हैडकुआटर कितने है, दोनों का जो हैडकुआटर है वो है वाशिंगटन DC के। वाशिंगटन DC कितने, USA की कैपिटल है।
ये ਤੁਹਾਨੂੰ ਸਭ ਨੂੰ ਪਤਾ ਹੋਏਗਾ। और वर्ल्ड बैंक ਜਿਹੜਾ ਹੈ ਇਹਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹ ਕੌਣ ਨੇ, ਡੇਵਿਡ ਮਲਪਾਸ ਨੇ, ਡੇਵਿਡ ਮਲਪਾਸ। और ਜਿਹੜਾ ਇੰਟਰਨੈਸ਼ਨਲ ਮੋਨੇਟਰੀ ਫੰਡ ਹੈ ਇਸ ਦੀ ਜਿਹੜੀ ਚੀਫ ਨੇ ਉਹਨੇ ਕ੍ਰਿਸਟਾਲੀਨਾ ਜੋਰਜੀਵਾ। और ਜਿਹੜੇ ਐਗਜ਼ੀਕਿਊਟਿਵ ਡਾਇਰੈਕਟਰ ਬਣੇ ਨੇ ਰੀਸੈਂਟਲੀ 2020 ਦੇ ਵਿੱਚ ਬਣੇ ਨੇ, ਆਈ ਥਿੰਕ 2019-20 ਦੇ ਵਿੱਚ ਬਣੇ ਨੇ ਐਗਜ਼ੀਕਿਊਟਿਵ ਡਾਇਰੈਕਟਰ IMF ਦੇ ਵਿੱਚ ਕੌਣ ਬਣੇ ਨੇ, ਸੁਰਜੀਤ ਭੱਲਾ। ਇਹਨਾਂ ਨੂੰ ਅਪੁਆਇੰਟ ਕੀਤਾ ਗਿਆ ਐਜ਼ ਦਾ ਨਿਊ ਐਗਜ਼ੀਕਿਊਟਿਵ ਡਾਇਰੈਕਟਰ ਇਨ ਇੰਟਰਨੈਸ਼ਨਲ ਮੋਨੇਟਰੀ ਫੰਡ, ਸੁਰਜੀਤ ਭੱਲਾ ਨੂੰ, ਇਹ ਵੀ ਯਾਦ ਰੱਖੋ। ਨੈਕਸਟ ਕੁਐਸਚਨ ਆਪਣੇ ਕੋਲ 16 ਨੰਬਰ ਕੁਐਸਚਨ, ਹੈੱਡਕੁਆਟਰ ਪੁੱਛਿਆ ਗਿਆ ਕੋਰਟ ਆਫ ਆਰਬਿਟ੍ਰੇਸ਼ਨ ਫॉर ਸਪੋਰਟ ਦਾ, ਯਾਨੀ ਕੋਰਟ ਆਫ ਆਰਬਿਟ੍ਰੇਸ਼ਨ ਆਫ ਸਪੋਰਟ ਦਾ ਹੈੱਡਕੁਆਟਰ ਪੁੱਛਿਆ ਗਿਆ। ਤੁਹਾਡੇ ਆਪਸ਼ਨ USA, ਸਵਿਟਜ਼ਰਲੈਂਡ, ਚਾਈਨਾ ਜਾਂ ਫਿਰ ਡੈਨਮਾਰਕ। ਇਸ ਦਾ ਰਾਈਟ ਆਂਸਰ ਹੈ ਬੀ ਆਪਸ਼ਨ ਸਵਿਟਜ਼ਰਲੈਂਡ ਦੇ ਵਿੱਚ ਇੱਕ ਜਗ੍ਹਾ ਜਿਸ ਦਾ ਨਾਮ ਹੈ ਲੌਜ਼ੈਨ ਨਾਮ ਦੀ ਜਗ੍ਹਾ ਦੇ ਉੱਪਰ ਹੈੱਡਕੁਆਟਰ ਕਿਸ ਦਾ, ਕੋਰਟ ਆਫ ਆਰਬਿਟ੍ਰੇਸ਼ਨ ਫॉर ਸਪੋਰਟ ਦਾ ਹੈੱਡਕੁਆਟਰ। ਇਸ ਦਾ ਰਾਈਟ ਆਂਸਰ ਹੈ ਬੀ ਆਪਸ਼ਨ ਸਵਿਟਜ਼ਰਲੈਂਡ ਦਾ ਲੌਜ਼ੈਨ। ਨੈਕਸਟ ਕੁਐਸਚਨ ਆਪਣੇ ਕੋਲ 17 ਨੰਬਰ ਕੁਐਸਚਨ, ਇਸ ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਹੈ ਸਾਹਿਤਿਆ ਅਕੈਡਮੀ ਅਵਾਰਡ ਹੈ ਜਿਹੜਾ ਪੰਜਾਬੀ ਲੈਂਗੁਏਜ ਦੇ ਵਿੱਚ ਕਿਹਨੂੰ ਦਿੱਤਾ ਗਿਆ, ਯਾਨੀ ਪਹਿਲਾ ਅਵਾਰਡ ਕਿਹਨੂੰ ਦਿੱਤਾ ਗਿਆ ਸੀ, ਪਹਿਲੇ ਰਿਸੀਪੈਂਟ ਦਾ ਨਾਮ ਪੁੱਛਿਆ ਗਿਆ ਸਾਹਿਤਿਆ ਅਕੈਡਮੀ ਅਵਾਰਡ ਦਾ। ਸਭ ਤੋਂ ਪਹਿਲਾ ਆਪਸ਼ਨ ਆਪਣੇ ਕੋਲ ਅੰਮ੍ਰਿਤਾ ਪ੍ਰੀਤਮ, ਭਾਈ ਵੀਰ ਸਿੰਘ, ਦਲੀਪ ਕੌਰ ਟਿਵਾਣਾ ਆਏਗਾ ਅਤੇ ਦਲੀਪ ਕੌਰ ਟਿਵਾਣਾ ਔਰ ਗੁਰਦਿਆਲ ਸਿੰਘ। ਇਹ ਜੋ ਅਵਾਰਡ ਦਿੱਤਾ ਗਿਆ ਸੀ ਇਹ ਦਿੱਤਾ ਗਿਆ ਸੀ ਭਾਈ ਵੀਰ ਸਿੰਘ ਨੂੰ। ਭਾਈ ਵੀਰ ਸਿੰਘ ਪਹਿਲੇ ਪਰਸਨ ਸੀ ਪੰਜਾਬੀ ਲੈਂਗੁਏਜ ਦੇ ਜਿਨ੍ਹਾਂ ਨੂੰ ਸਾਹਿਤਿਆ ਅਕੈਡਮੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ, ਸੋ ਯਾਦ ਰੱਖਣਾ ਹੈ। ਇਸ ਤੋਂ ਇਲਾਵਾ ਪੁੱਛਿਆ ਜਾ ਸਕਦਾ ਹੈ ਕਿਸ ਪੋਇਮ ਦੇ ਲਈ ਮਿਲਿਆ ਸੀ, ਇਹਨਾਂ ਦੀ ਇੱਕ ਪੋਇਟਰੀ ਹੈ ਜਿਸ ਦੇ ਲਈ ਇਹਨਾਂ ਨੂੰ ਮਿਲਿਆ ਸੀ ਮੇਰੇ ਸਾਈਆਂ ਜੀਓ, ਇਸ ਦੇ ਲਈ ਮਿਲਿਆ ਸੀ ਇਹਨਾਂ ਨੂੰ ਇਹ ਅਵਾਰਡ। ਇਸ ਤੋਂ ਇਲਾਵਾ 2019 ਦੇ ਵਿੱਚ ਵੀ ਦਿੱਤਾ ਗਿਆ ਰੀਸੈਂਟਲੀ, ਇਹ ਦਿੱਤਾ ਗਿਆ ਕਿਰਪਾਲ ਕਜਕ ਨੂੰ, ਇਹ ਵੀ ਇੰਪੋਰਟੈਂਟ ਕੁਐਸਚਨ ਹੈ, ਇਹ ਵੀ ਆ ਸਕਦਾ ਹੈ ਕਿਰਪਾਲ ਕਜਕ। ਔਰ ਇਹ ਯਾਦ ਰੱਖਣਾ ਹੈ ਇਹਨਾਂ ਦੇ ਦੁਆਰਾ ਅੰਥੀਮ ਨਾਮ ਦਾ ਇੱਕ ਸ਼ਾਰਟ ਸਟੋਰੀ ਲਿਖੀ ਗਈ ਸੀ ਜਿਸ ਦੇ ਲਈ ਇਹਨਾਂ ਨੂੰ ਮਿਲਿਆ, ਮੈਂ ਲਿਖ ਦੇਣਾ ਇੱਥੇ ਅੰਥੀਮ ਨਾਮ ਦੀ ਇੱਕ ਸਟੋਰੀ ਹੈ, ਸ਼ਾਰਟ ਸਟੋਰੀ, ਜਿਸ ਦੇ ਲਈ ਇਹਨਾਂ ਨੂੰ ਇਹ ਸਾਹਿਤਿਆ ਅਕੈਡਮੀ ਅਵਾਰਡ ਪੰਜਾਬੀ ਲੈਂਗੁਏਜ ਦੇ ਵਿੱਚ 2019 ਦੇ ਵਿੱਚ ਦਿੱਤਾ ਗਿਆ, ਇਹ ਵੀ ਯਾਦ ਰੱਖੋ। ਦ ਨੇਕਡ ਟ੍ਰਾਇੰਗਲ, ਇਹ ਆਟੋਬਾਇਓਗ੍ਰਾਫੀ ਹੈ ਕਿਸ ਦੀ ਹੈ, ਇਹ ਆਟੋਬਾਇਓਗ੍ਰਾਫੀ ਹੈ ਜਿਸ ਨੂੰ ਲਿਖਿਆ ਗਿਆ ਸੀ, ਕਿਸ ਦੇ ਦੁਆਰਾ ਲਿਖਿਆ ਗਿਆ ਸੀ, ਇਹ ਆਪਸ਼ਨ ਹੈ ਬੱਲਾ ਸਾਹਨੀ, ਬਲਵੰਤ ਗਾਰਗੀ, ਜਸਵੰਤ ਸਿੰਘ ਕਨਵਲ ਜਾਂ ਫਿਰ ਕਰਤਾਰ ਸਿੰਘ ਤੁਕਲ। ਇਹ ਲਿਖਿਆ ਗਿਆ ਸੀ ਬਲਵੰਤ ਗਾਰਗੀ ਦੇ ਦੁਆਰਾ। ਇਸ ਦਾ ਰਾਈਟ ਆਂਸਰ ਹੈ ਬੀ ਆਪਸ਼ਨ ਬਲਵੰਤ ਗਾਰਗੀ। ਨੈਕਸਟ ਕੁਐਸਚਨ ਆਪਣੇ ਕੋਲ 19 ਨੰਬਰ ਕੁਐਸਚਨ, ਹੂ ਅਮੰਗਸ ਦ ਫੋਲੋਇੰਗ ਵਾਜ਼ ਦਾ ਫਾਊਂਡਰ ਆਫ ਪ੍ਰੈਜ਼ੀਡੈਂਟ ਆਫ ਗਦਰ ਪਾਰਟੀ, ਯਾਨੀ ਫਾਊਂਡਰ ਪ੍ਰੈਜ਼ੀਡੈਂਟ ਕੌਣ ਬਣੇ ਸੀ ਗਦਰ ਪਾਰਟੀ ਦੇ, ਗਦਰ ਮੂਵਮੈਂਟ ਸੀ ਜੋ ਗਦਰ ਪਾਰਟੀ, ਇਸ ਦੇ ਜਿਹੜੇ ਫਾਊਂਡਰ ਪ੍ਰੈਜ਼ੀਡੈਂਟ ਬਣੇ ਸੀ ਉਹ ਕੌਣ ਬਣੇ ਸੀ, ਤੁਹਾਡੇ ਆਪਸ਼ਨ ਲਾਲਾ ਲਾਜਪਤ ਰਾਏ, ਸਰਦਾਰ ਅਜੀਤ ਸਿੰਘ, ਸੋਹਣ ਸਿੰਘ ਭਕਨਾ ਜਾਂ ਫਿਰ ਬਾਬਾ ਖੜਕ ਸਿੰਘ। ਇਸ ਦਾ ਜਿਹੜਾ ਰਾਈਟ ਆਂਸਰ ਹੈ ਉਹ ਹੈ ਸੋਹਣ ਸਿੰਘ ਭਕਨਾ ਸੀ ਜਿਹੜੇ ਇਹਨਾਂ ਨੂੰ ਬਣਾਇਆ ਗਿਆ ਸੀ ਐਜ਼ ਦਾ ਪਾਰਟੀ ਪ੍ਰੈਜ਼ੀਡੈਂਟ ਗਦਰ ਪਾਰਟੀ ਦੇ, ਇਹ ਯਾਦ ਰੱਖੋ। ਫਾਊਂਡ ਵੀ ਇਹਨਾਂ ਨੇ ਕੀਤੀ ਸੀ ਸੋਹਣ ਸਿੰਘ ਭਕਨਾ ਨੇ, ਯਾਦ ਰੱਖਣਾ ਹੈ। ਇੱਕ ਕਰਤਾਰ ਸਿੰਘ ਸਰਾਭਾ ਸੀ, ਉਹ ਵੀ ਬਿਲੋਂਗ ਕਰਦੇ ਸੀ ਇਸ ਪਾਰਟੀ ਤੋਂ, ਗਦਰ ਪਾਰਟੀ ਤੋਂ। ਪੁੱਛਿਆ ਜਾਂਦਾ ਹੈ ਕਰਤਾਰ ਸਿੰਘ ਸਰਾਭਾ ਡੈਸ਼, ਆਪਾਂ ਨੂੰ ਉੱਥੇ ਆਪਸ਼ਨ ਦਿੱਤੇ ਹੁੰਦੇ ਨੇ ਯੂਨਾਈਟ ਪਾਰਟੀ, ਇਸ ਤਰ੍ਹਾਂ ਦੇ ਆਪਸ਼ਨ ਦਿੱਤੇ ਹੁੰਦੇ ਨੇ, ਇੱਕ ਆਪਸ਼ਨ ਹੁੰਦਾ ਆਪਾਂ ਨੂੰ ਗਦਰ ਪਾਰਟੀ, ਉਸ ਦਾ ਆਂਸਰ ਹੋਏਗਾ ਗਦਰ ਪਾਰਟੀ। ਕਰਤਾਰ ਸਿੰਘ ਸਰਾਭਾ ਸੀ ਜਿਹੜੇ ਇਹ ਵੀ ਇੱਕ ਮੈਂਬਰ ਸੀ ਗਦਰ ਪਾਰਟੀ ਦੇ, ਇਹ ਵੀ ਯਾਦ ਰੱਖਣਾ ਹੈ। ਨੈਕਸਟ ਕੁਐਸਚਨ ਆਪਣੇ ਕੋਲ 20 ਨੰਬਰ ਕੁਐਸਚਨ, ਵਟ ਇਜ਼ ਦ ਰੈਂਕ ਆਫ ਇੰਡੀਆ ਇਨ ਹਿਊਮਨ ਕੈਪੀਟਲ ਇੰਡੈਕਸ 2020, ਹਿਊਮਨ ਕੈਪੀਟਲ ਇੰਡੈਕਸ ਜੋ ਕਿ ਰਿਲੀਜ਼ ਕੀਤਾ ਗਿਆ ਵਰਲਡ ਬੈਂਕ ਦੇ ਦੁਆਰਾ। ਇਸ ਦੇ ਵਿੱਚ ਜਿਹੜਾ ਇੰਡੀਆ ਦਾ ਰੈਂਕ ਹੈ ਉਹ ਕਿੰਨਾ ਹੈ, ਇਸ ਦੇ ਵਿੱਚ ਜਿਹੜਾ ਨਿਊ ਰੈਂਕ ਜੋ ਕਿ ਦਸੰਬਰ ਦੇ ਵਿੱਚ ਰਿਲੀਜ਼ ਕੀਤਾ ਗਿਆ ਰੀਸੈਂਟਲੀ, ਇਸ ਦੇ ਵਿੱਚ ਇੰਡੀਆ ਦਾ ਰੈਂਕ ਹੈ 131। ਇਸ ਦਾ ਰਾਈਟ ਆਂਸਰ ਹੈ ਆਪਸ਼ਨ 131। ਕੀ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਲਿਖ ਕੇ ਦੱਸ ਸਕਦੇ ਹੋ ਕਿ ਨੰਬਰ 1 ਰੈਂਕ ਕਿਹਦਾ ਹੈ, ਨੰਬਰ 1 ਰੈਂਕ ਕਮੈਂਟ ਬਾਕਸ ਵਿੱਚ ਲਿਖ ਕੇ ਦੱਸਣਾ ਹੈ। ਇਹ ਕੁਐਸਚਨ ਹੈ ਤੁਹਾਡੇ ਸਭ ਦੇ ਲਈ ਜਿਸ ਦਾ ਆਂਸਰ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਲਿਖ ਕੇ ਦੱਸਣਾ ਹੈ। ਇਹ ਕੁਐਸਚਨ ਹੈ ਇੱਕ ਰੀਜ਼ਨਿੰਗ ਦਾ ਕੁਐਸਚਨ ਤੇ ਇੱਕ ਇਹ ਕੁਐਸਚਨ, ਦੋਨੋਂ ਕੁਐਸਚਨ ਦਾ ਆਂਸਰ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਲਿਖ ਕੇ ਦੱਸਣੇ ਨੇ। ਇੱਕ ਐਡਟੈਕ ਸਟਾਰਟਅਪ ਕਲਾਸ ਪਲੱਸ ਕੰਪਨੀ ਹੈ, ਇਹਨਾਂ ਨੇ ਆਪਣਾ ਬ੍ਰਾਂਡ ਐਂਬੈਸਡਰ ਕਿਸ ਨੂੰ ਬਣਾਇਆ, ਤੁਹਾਡੇ ਆਪਸ਼ਨ ਹੈ ਰਾਹੁਲ ਦ੍ਰਵਿੜ, ਸਚਿਨ ਤੇਂਦੁਲਕਰ, ਵਿਰਾਟ ਕੋਹਲੀ, ਸੁਰੇਸ਼ ਰੈਨਾ ਜਾਂ ਫਿਰ ਨਨ ਆਫ ਦੀਜ਼। ਅਗਰ ਇਹਨਾਂ ਚਾਰਾਂ ਆਪਸ਼ਨਾਂ ਦੇ ਵਿੱਚ ਕੋਈ ਨਹੀਂ ਹੈ ਤਾਂ ਮੈਨੂੰ ਤੁਸੀਂ ਇਹ ਮੈਂਸ਼ਨ ਨਹੀਂ ਕਰਨਾ ਕਿ ਨਨ ਆਫ ਦੀਜ਼ ਦਾ ਆਂਸਰ ਹੈ। ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਇਹ ਲਿਖ ਕੇ ਦੱਸਣਾ ਹੈ ਕਿਹਨੂੰ ਅਪੁਆਇੰਟ ਕੀਤਾ ਗਿਆ ਇਹਨਾਂ ਦੇ ਵਿੱਚ। ਅਗਰ ਚਾਰਾਂ ਦੇ ਵਿੱਚ ਇਹ ਆਪਸ਼ਨ ਆਂਸਰ ਨਹੀਂ ਹੈ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਇਹ ਜ਼ਰੂਰ ਲਿਖ ਕੇ ਦੱਸਣਾ ਹੈ ਕਿ ਅਪੁਆਇੰਟ ਕਿਸ ਨੂੰ ਕੀਤਾ ਗਿਆ। ਇਸ ਦਾ ਆਂਸਰ ਇਹਨਾਂ ਚਾਰਾਂ ਆਪਸ਼ਨ ਦੇ ਵਿੱਚ ਮੈਂ ਤੁਹਾਨੂੰ ਦੱਸ ਦੇਣਾ ਕਿ ਨਹੀਂ ਹੈ, ਇਹਨਾਂ ਦੇ ਵਿੱਚ ਇਹਦਾ ਆਂਸਰ ਹੈ ਨਨ ਆਫ ਦੀਜ਼। ਆਂਸਰ ਮੈਨੂੰ ਕਮੈਂਟ ਬਾਕਸ ਵਿੱਚ ਲਿਖ ਕੇ ਦੱਸਣਾ ਹੈ ਕਿ ਇਹਦਾ ਆਂਸਰ ਕੀ ਹੈ, ਕਿਹਨੂੰ ਅਪੁਆਇੰਟ ਕੀਤਾ ਗਿਆ ਐਜ਼ ਦਾ ਨਿਊ ਬ੍ਰਾਂਡ ਐਂਬੈਸਡਰ, ਕਮੈਂਟ ਬਾਕਸ ਦੇ ਵਿੱਚ ਲਿਖ ਕੇ ਜ਼ਰੂਰ ਦੱਸਣਾ ਹੈ। ਇਸ ਤੋਂ ਇਲਾਵਾ ਸਪੈਸ਼ਲ ਨੋਟਸ ਤਿਆਰ ਕੀਤੇ ਗਏ ਨੇ ਇਸ ਪੇਪਰ ਦੇ ਲਈ, ਨੈਬ ਤਹਿਸੀਲਦਾਰ ਦੇ ਲਈ। ਅਗਰ ਸਟੂਡੈਂਟ ਕੋਈ ਪਰਚੇਸ ਕਰਨਾ ਚਾਹੁੰਦਾ ਹੈ ਸਪੈਸ਼ਲ ਨੋਟਸ, ਇਹ ਸਾਰੇ ਕੁਐਸਚਨ ਜਿਹੜੇ ਉਹ ਵੀ ਇਹਨਾਂ ਦੇ ਵਿੱਚੋਂ ਹੀ ਇਨਕਲੂਡ ਕੀਤੇ ਗਏ ਨੇ, ਯਾਨੀ ਜਿਹੜੇ ਇਹ ਕੁਐਸਚਨ ਤੁਹਾਨੂੰ ਬੈਸਟ ਲੈਵਲ ਦੇ ਕਰਵਾਏ ਗਏ ਨੇ, ਇਹ ਸਾਰੇ ਕੁਐਸਚਨ ਨੇ ਜਿਹੜੇ ਜੋ ਕਿ ਜੀਕੇ, ਮਾਡਰਨ ਜੀਕੇ ਵਗੈਰਾ ਤੋਂ ਇਨਕਲੂਡ ਕੀਤੇ ਗਏ ਨੇ, ਮਾਡਰਨ ਹਿਸਟਰੀ, ਪੋਲਿਟੀ, ਇਕਨੋਮਿਕਸ, ਬਾਇਓਲੋਜੀ ਵਗੈਰਾ ਤੋਂ, ਉਹ ਸਾਰੇ ਦੇ ਸਾਰੇ ਇਹਨਾਂ ਨੋਟਸਾਂ ਤੋਂ ਹੀ ਪ੍ਰਿਪੇਅਰ ਕੀਤੇ ਗਏ ਨੇ। ਅਗਰ ਕੋਈ ਸਟੂਡੈਂਟ ਪਰਚੇਸ ਕਰਨਾ ਚਾਹੁੰਦਾ ਹੈ ਤਾਂ ਇਹਨਾਂ 5 ਸਬਜੈਕਟਸ ਦੇ ਨੋਟਸ ਤਿਆਰ ਕੀਤੇ ਗਏ ਨੇ। ਇੰਡੀਅਨ ਪੋਲਿਟੀ, ਇਕਨੋਮਿਕਸ, ਮਾਡਰਨ ਹਿਸਟਰੀ ਹੋ ਗਿਆ, ਜੋਗ੍ਰਾਫੀ ਹੋ ਗਿਆ, ਬਾਇਓਲੋਜੀ ਹੋ ਗਿਆ। ਇਸ ਦੇ ਵਿੱਚ ਜੋਗ੍ਰਾਫੀ ਦੇ ਵਿੱਚ ਦੋਨੋਂ ਇਨਕਲੂਡ ਨੇ, ਇੰਡੀਅਨ ਔਰ ਫਿਜ਼ੀਕਲ ਦੋਨੋਂ ਇਨਕਲੂਡ ਨੇ, ਠੀਕ ਹੈ।
ਇਹ 5 ਸਬਜੈਕਟਾਂ ਦੇ ਨੋਟਸ ਤਿਆਰ ਕੀਤੇ ਜਾ ਚੁੱਕੇ ਨੇ। ਅਗਰ ਕੋਈ ਸਟੂਡੈਂਟ ਪਰਚੇਸ ਕਰਨਾ ਚਾਹੁੰਦਾ ਹੈ ਤਾਂ ਉਹ ਪਰਚੇਸ ਕਰ ਸਕਦਾ ਹੈ। ਇਹਨਾਂ ਦੀ ਡਿਟੇਲ ਕੀ ਹੈ, ਇਹਨਾਂ ਦੇ ਵਿੱਚ ਹਰ ਇੱਕ ਸਬਜੈਕਟ ਦੇ 200 ਰੁਪਏ ਫੀਸ ਰੱਖੀ ਗਈ ਹੈ, ਯਾਨੀ ਟੋਟਲ 5 ਸਬਜੈਕਟਾਂ ਦਾ ਜਿਹੜੀ ਕੀਮਤ ਰੱਖੀ ਗਈ ਹੈ ਉਹ ਰੱਖੀ ਗਈ ਹੈ 1000 ਰੁਪਇਆ। ਬਿਲਕੁਲ ਨੋਮੀਨਲ ਕੋਸਟ ਰੱਖੀ ਗਈ ਹੈ। ਅਗਰ ਆਪਾਂ ਗੱਲ ਕਰੀਏ ਆਪਣੀ ਫੀਸ ਹੈ ਪੇਪਰ ਭਰਨ ਦੀ 3000 ਰੁਪਇਆ, ਬਟ ਨੋਟਸਾਂ ਦੀ ਫੀਸ ਕਿੰਨੀ ਰੱਖੀ ਗਈ ਹੈ 1000 ਰੁਪਇਆ, ਜੋ ਕਿ ਹਰ ਇੱਕ ਸਟੂਡੈਂਟ ਜਿਹੜਾ ਪੇ ਕਰ ਸਕਦਾ ਹੈ। ਇਹ ਇੱਕ ਬਿਲਕੁਲ ਨੋਮੀਨਲ ਅਮਾਊਂਟ ਰੱਖੀ ਗਈ ਹੈ ਤਾਂ ਕਿ ਹਰ ਇੱਕ ਸਟੂਡੈਂਟ ਪੇ ਕਰ ਸਕੇ। ਅਗਰ ਕੋਈ ਸਟੂਡੈਂਟ ਪਰਚੇਸ ਕਰਨਾ ਚਾਹੁੰਦਾ ਹੈ ਤਾਂ ਉਹ ਜਲਦੀ ਤੋਂ ਜਲਦੀ ਪਰਚੇਸ ਕਰ ਸਕਦਾ ਹੈ। ਇਸਦੀ ਜਿਹੜੀ ਫੀਸ ਰੱਖੀ ਗਈ ਹੈ 200 ਰੁਪਇਆ ਪਰ ਸਬਜੈਕਟ ਰੱਖੀ ਗਈ ਹੈ। ਪੇਮੈਂਟ ਆਪਸ਼ਨ ਗੂਗਲ ਪੇ, ਫੋਨਪੇ, ਪੇਟੀਐਮ ਵਗੈਰਾ ਯੂਜ਼ ਤੁਸੀਂ ਕਰ ਸਕਦੇ ਹੋ। ਇਹ ਨੰਬਰ ਹੈ, ਇਸ ਦੇ ਉੱਪਰ ਅਗਰ ਤੁਹਾਨੂੰ ਕੋਈ ਡਾਊਟ ਹੈ ਇਸ ਨੋਟਸਾਂ ਨੂੰ ਪਰਚੇਸ ਕਰਨ ਦੇ ਰਿਲੇਟਡ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ। ਅਦਰਵਾਈਜ਼ ਤੁਸੀਂ ਇਸ ਦੇ ਉੱਪਰ ਮੈਸੇਜ ਕਰਕੇ ਵੀ ਪੁੱਛ ਸਕਦੇ ਹੋ 7009868826। ਇਹ ਖਾਤੇ ਦੀ ਡਿਟੇਲ ਹੈ। ਅਗਰ ਕੋਈ ਸਟੂਡੈਂਟ ਇਹ ਨਹੀਂ ਚਲਾਉਂਦਾ ਗੂਗਲ ਪੇ, ਫੋਨਪੇ, ਪੇਟੀਐਮ ਵਗੈਰਾ ਤਾਂ ਉਹ ਅਕਾਊਂਟ ਨੰਬਰ ਦੇ ਉੱਪਰ ਵੀ ਐਂਟਰੀ ਕਰਾ ਕੇ ਸਕਰੀਨਸ਼ਾਟ ਸੈਂਡ ਕਰ ਸਕਦਾ ਹੈ, ਯਾਨੀ ਰਿਸਿਪਟ ਸੈਂਡ ਕਰ ਸਕਦਾ ਹੈ। ਜਦੋਂ ਤੁਸੀਂ ਰਿਸਿਪਟ ਸੈਂਡ ਕਰ ਦੋਗੇ ਉਸ ਤੋਂ 1 ਆਵਰ ਦੇ ਬਾਅਦ ਯਾਨੀ 1 ਘੰਟੇ ਦੇ ਬਾਅਦ ਤੁਹਾਨੂੰ ਨੋਟਸ ਸੈਂਡ ਕਰ ਦਿੱਤੇ ਜਾਣਗੇ ਪੰਜਾਬ IQ ਟੀਮ ਦੇ ਵੱਲੋਂ। ਸੋ ਇਸ ਵੀਡੀਓ ਵਿੱਚ ਬਸ ਇੰਨਾ ਹੀ, ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਸੋ ਥੈਂਕਸ ਫॉर ਵਾਚਿੰਗ, ਟੇਕ ਕੇਅਰ, ਗੁੱਡ ਬਾਏ, ਗॉड ਬlesਸ ਯੂ ਆਲ। ਅਗਰ ਤੁਸੀਂ ਇਸ ਮੌਕ ਟੈਸਟ ਸੀਰੀਜ਼ ਨੂੰ ਕੰਟੀਨਿਊ ਚਾਹੁੰਦੇ ਹੋ ਤਾਂ ਤੁਸੀਂ ਇਸ ਸੀਰੀਜ਼ ਨੂੰ ਇੰਨਾ ਸ਼ੇਅਰ ਕਰਨਾ ਹੈ ਤਾਂ ਕਿ ਇਸ ਸੀਰੀਜ਼ ਦੇ ਵਿੱਚ 300+ ਸਟੂਡੈਂਟ ਲਾਈਵ ਹੋਣ ਹਰ ਮੌਕ ਟੈਸਟ ਦੇ ਵਿੱਚ। ਇਹ ਸਟੂਡੈਂਟ ਦੇ ਲਈ ਹੀ ਤਿਆਰ ਕੀਤੀ ਗਈ ਹੈ ਕਿਉਂਕਿ ਸਟੂਡੈਂਟ ਦੇ ਦੁਆਰਾ ਡਿਮਾਂਡ ਕੀਤੀ ਗਈ ਸੀ ਕਿ ਸਰ ਇਸ ਸੀਰੀਜ਼ ਨੂੰ ਕੰਟੀਨਿਊ ਕੀਤਾ ਜਾਏ, ਇਸ ਲਈ ਇਹ ਮੌਕ ਟੈਸਟ 2 ਮੈਂ ਤੁਹਾਡੇ ਤੱਕ ਲੈ ਕੇ ਆਇਆ। ਇਹ ਮੌਕ ਟੈਸਟ ਸੀਰੀਜ਼ ਬਿਲਕੁਲ ਡੇਲੀ ਲੈਵਲ ਦੇ ਉੱਪਰ ਕੰਟੀਨਿਊ ਕੀਤੀ ਜਾਏਗੀ, ਬਟ ਇਸ ਦੇ ਵਿੱਚ 300+ ਸਟੂਡੈਂਟ ਲਾਈਵ ਹੋਣੇ ਚਾਹੀਦੇ ਨੇ ਤਾਂ ਇਸ ਸੀਰੀਜ਼ ਨੂੰ ਕੰਟੀਨਿਊ ਕੀਤਾ ਜਾਏਗਾ। ਸੋ ਇਸ ਵੀਡੀਓ ਵਿੱਚ ਬਸ ਇੰਨਾ ਹੀ, ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਅਗਰ ਤੁਹਾਨੂੰ ਇਹਨਾਂ ਕੁਐਸਚਨਾਂ ਦੇ ਰਿਲੇਟਡ ਕੋਈ ਡਾਊਟ ਹੈ, ਕਨਫਿਊਜ਼ਨ ਹੈ, ਜਿੰਨੇ ਵੀ ਆਪਾਂ ਨੇ ਡਿਸਕਸ ਕੀਤੇ ਨੇ ਇਸ ਵੀਡੀਓ ਦੇ ਵਿੱਚ, ਤਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ। ਤੁਹਾਨੂੰ 100% ਤੁਹਾਡਾ ਕਮੈਂਟ ਰਿਪਲਾਈ ਕੀਤਾ ਜਾਏਗਾ। ਸੋ ਥੈਂਕਸ ਫॉर ਵਾਚਿੰਗ, ਟੇਕ ਕੇਅਰ, ਗੁੱਡ ਬਾਏ, गॉड ਬlesਸ ਯੂ ਆਲ, ਕੀਪ ਸਪੋਰਟਿੰਗ ਪੰਜਾਬ IQ।